का खालसा वाहिगुरू जी की फतेह। साध संगत जी तुहानू डिस्टर्ब करता, माफी चाहुंदे। अग्रेल साहब वाहिगुरू जी का खालसा वाहिगुरू जी की फतेह। नहीं काहदे तो डिस्टर्ब करता मैं तुहाडी मीटिंग चल रही थी तो फिर विच मेरी भी बड़ी आदत हैगी, मैं विच चुंझ फसाउणी हुंदी आ कि की करा। साडी अपनी जनगोष्ठी चलन डई सीगी। वो फिर मेरी भी चुंझ फिर घड़ी कहंदी है ना कि चरणजीत बोलना ही पैना है। समा जिहड़ा ना समा भजी जा रहा है। समा वो कहंदा सी कि समा एक ऐसी चीज है, मैं पता नहीं वो छोटी किताब च पढ़िया सी, कहंदा मैं बड़ा कोशिश कीती इहनूं रोकण दी, इहदियां मैं कई रुकावटां खड़ियां कीतियां पर ये रुकिया ही नहीं। भाई वीर सिंह जी दी कविता हैगी, भाई वीर सिंह जी दी कविता हैगी। अच्छा 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 वो मैं पढ़िया आ गया हाँ तो कहंदा मैं बड़ियां रुकावटां कीतियां, मैं बंधां खड़ियां करां पर ये रुकदा ही नहीं है। एक ऐसी गति है जो लगातार चल रही है। ठीक है जी, आज दी विचार शुरू करिए। हाँ जी वीर जी, ਅੱਜ ਆਪਾਂ ਜਿਹੜੇ ਹੈਗੇ ਜਪ ਬਾਣੀ ਦੇ 31ਵੇਂ ਅੰਗ ਤੇ ਹੈਗੇ ਆ ਤੇ ਅੰਗ ਹੈਗਾ 7ਵਾਂ। ਤੇ ਇਸ ਤੋਂ ਪਹਿਲਾਂ ਜਿਹੜਾ ਹੈਗਾ ਮਹਾਰਾਜ ਨੇ ਦੱਸਿਆ ਸੀ ਆਪਾਂ ਨੂੰ ਬਈ ਜਿਹੜਾ ਉਹ ਮਾਲਕ ਪਰਮਾਤਮਾ ਹੈਗਾ ਉਹ ਸਾਰੀ ਮਾਇਆ ਜਿਹੜੀ ਹੈਗੀ ਉਸ ਮਾਲਕ ਪਰਮਾਤਮਾ ਦੀ ਛਾਇਆ ਹੀ ਹੈਗੀ ਆ, ਮਾਲਕ ਪਰਮਾਤਮਾ ਤੋਂ ਹੀ ਮਾਇਆ ਬਣੀ ਹੋਈ ਆ। ਔਰ ਤਿੰਨੋਂ ਸ਼ਕਤੀਆਂ ਜਿਹੜੀਆਂ ਹੈਗੀਆਂ ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਸਾਰੇ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਦੀਆਂ ਹੀ ਸ਼ਕਤੀਆਂ ਹੈਗੀਆਂ। ਉਹੀ ਸੰਸਾਰੀ ਹੈਗਾ, ਉਹੀ ਭੰਡਾਰੀ ਹੈਗਾ ਤੇ ਉਹੀ ਦੀਵਾਨ ਲਗਾ ਰਿਹਾ ਹੈ। हाँ माइक बंद करना है ना। हरविंदर जी ਤੁਹਾਡਾ माइक खुला है जी प्लीज़। हरविंदर जी ਤੁਹਾਡਾ माइक बंद कर दो। हरविंदर हाँ जी ठीक है जी। तो उस तो बाद फिर महाराज ने यह भी दसिया भी वो मालक परमात्मा ऐसा हैगा, ऐसी ओदा विधान हैगा, ऐसा ओदा कानून है मालक का कि सारिਆਂ ਦੇ अंदर हैगा, सारिਆਂ ਨੂੰ देख रहा है और अपने आप दे अंदर साडे बिल्कुल अपने आप तो भी नेड़े हैगा वो मालक परमात्मा, इन्ना नेड़े हैगा ते वो सारिਆਂ ਨੂੰ देखदा है पर आपां ਉਹਨੂੰ नहीं देख सकते। ਉਹਦੇ वास्ते ਜਿਹੜਾ ਹੈਗਾ ध्यान सिमरन ਜਿਹੜਾ ਹੈਗਾ आही एक जुगती हैगी, यही एक तरीका हैगा। ਹੁਣ ਇਸ ਤੋਂ ਅੱਗੇ ਜਿਹੜੇ ਹੈਗੇ ਆ ਮਹਾਰਾਜ ਦੱਸ ਰਹੇ ਆ ਉਹਦੀ ਸ੍ਰਿਸ਼ਟੀ ਦੇ ਬਾਰੇ, ਮਾਲਕ ਪਰਮਾਤਮਾ ਦੀ। ਆਸਣ ਲੋਏ ਲੋਏ ਭੰਡਾਰ, ਕਹਿੰਦੇ ਜਿੰਨੇ ਵੀ ਜਿੱਥੇ ਵੀ ਲੋਕ ਰਹਿੰਦੇ ਆ, ਜਿੰਨੇ ਵੀ ਲੋਕ ਹੈਗੇ ਆ, ਕਹਿੰਦੇ ਹਰੇਕ ਦੇ ਵਿੱਚ ਉਹ ਮਾਲਕ ਪਰਮਾਤਮਾ ਦਾ ਭੰਡਾਰਾ ਹੈਗਾ ਭਾਈ। ਉੱਥੇ ਆਸਣ ਹੈਗਾ ਮਾਲਕ ਪਰਮਾਤਮਾ ਦੇ ਭੰਡਾਰੇ ਦਾ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਕਹਿੰਦਾ ਇਹ ਨਹੀਂ ਕਿ ਬਾਰ ਬਾਰ ਉਹਦਾ ਭੰਡਾਰਾ ਮੁੱਕ ਜਾਏ ਤੇ ਫਿਰ ਜਿਹੜੀ ਹੈਗੀ ਉਹਨੂੰ ਜਿਹੜੀ ਹੈਗੀ ਢੋ ਢੁਆਈ ਕਰਨੀ ਪੈਂਦੀ ਆ। ਕਹਿੰਦੇ ਉਹ ਮਾਲਕ ਪਰਮਾਤਮਾ ਦਾ ਭੰਡਾਰਾ ਜਿਹੜਾ ਹੈਗਾ, ਦੇਖ ਲਓ ਆਪਣੀ ਜਦ ਦੀ ਧਰਤੀ ਬਣੀ ਆ ਤੇ ਭੰਡਾਰਾ ਚੱਲੀ ਜਾ ਰਿਹਾ ਭਾਈ। ਧਰਤੀ ਤੋਂ ਕਦੀ ਧਰਤੀ ਨੇ ਨਾ ਨਹੀਂ ਕੀਤੀ ਵੀ ਮੈਂ ਪੈਦਾਵਾਰ ਨਹੀਂ ਕਰਨੀ ਭਾਈ। ਉਹੀ ਸਾਰਾ ਕੁਛ ਮਾਲਕ ਪਰਮਾਤਮਾ ਦਾ ਭੰਡਾਰਾ ਇੱਕੋ ਵਾਰੀ ਪਾਇਆ। ਕਹਿੰਦੇ ਜੋ ਕੁਛ ਪਾਇਆ ਸੋ ਏਕਾ ਵਾਰ, ਇੱਕੋ ਵਾਰੀ ਪਾਇਆ ਭਾਈ। ਉਹੀ ਭੰਡਾਰਾ ਨਹੀਂ ਮੁੱਕਣਾ। ਕਰ ਕਰ ਵੇਖਿਆ ਸਿਰਜਣਹਾਰ, ਔਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਸਾਰੀ ਆਪਣੀ ਖੇਡ ਨੂੰ, ਸਾਰੀ ਆਪਣੀ ਰਚਨਾ ਨੂੰ ਪੈਦਾ ਕਰਦਾ ਹੈ, ਵਧਾਉਂਦਾ ਹੈ ਔਰ ਇਸ ਨੂੰ ਪੂਰੀ ਤਰ੍ਹਾਂ ਜਿਹੜਾ ਹੈਗਾ ਦੇਖ ਰਿਹਾ ਹੈ। ਇਹ ਖੇਡ ਨੂੰ ਦੇਖ ਰਿਹਾ ਹੈ ਕਿਉਂਕਿ ਖੇਡ ਮਾਲਕ ਜਿਹੜਾ ਆਪ ਖੇਡ ਰਿਹਾ ਹੈ ਇਹਦੇ ਵਿੱਚ। ਕਰ ਕਰ ਵੇਖਿਆ ਸਿਰਜਣਹਾਰ, ਉਹ ਮਾਲਕ ਪਰਮਾਤਮਾ ਨੇ ਆਪ ਹੀ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹ ਔਗੁਣ ਪਾਏ ਆ ਔਰ ਆਪ ਹੀ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਜਿੱਤਣ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਗੁਰੂ ਮਿਲਾ ਕੇ ਜਿਹੜਾ ਹੈਗਾ ਬ੍ਰਹਮ ਗਿਆਨ ਮਿਲਾ ਕੇ ਜਿਹੜਾ ਹੈਗਾ ਆਪਾਂ ਨੂੰ ਇਹਨਾਂ ਨੂੰ ਜਿੱਤਣ ਦਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹ ਨੁਕਤਾ ਵੀ ਆਪਾਂ ਨੂੰ ਉਹ ਆਪ ਹੀ ਦਿੰਦਾ ਹੈ। ਦੋਨੋਂ ਪਾਸੇ ਮਾਲਕ ਪਰਮਾਤਮਾ ਆਪ ਖੇਡ ਰਿਹਾ ਖੇਲ ਨੂੰ। ਇਹ ਸੱਚੇ ਦੀ ਸੱਚੀ ਕਾਰ ਆ, ਨਾਨਕ ਸੱਚੇ ਕੀ ਸਾਚੀ ਕਾਰ। ਇਹ ਜੇ ਇਹਨੂੰ ਆਪਾਂ ਇਸ ਸ੍ਰਿਸ਼ਟੀ ਨੂੰ ਜਿਹੜਾ ਹੈਗਾ ਜੇ ਆਪਾਂ ਇਹਨੂੰ ਜਿਹੜਾ ਹੈਗਾ ਉਹ ਸੱਚੇ ਨੂੰ ਇਹਦੇ ਵਿੱਚ ਦੇਖੀਏ ਤੇ ਇਹ ਸੱਚੀ ਹੈ ਭਾਈ, ਤੇ ਨਹੀਂ ਤਾਂ ਜਿਹੜਾ ਹੈਗਾ ਇਹ ਜਿਹੜੀ ਹੈ ਉਹ ਦੇਖੀਏ ਤੇ ਇਹ ਜਿਹੜੀ ਹੈਗੀ ਇਹ ਮਾਇਆ ਹੈਗੀ ਆ, ਛਲ ਹੈਗਾ, ਧੋਖਾ ਹੈਗਾ, ਪੰਜਾਂ ਤੱਤਾਂ ਦੀ ਰਚਨਾ ਹੈਗੀ ਆ। ਇੱਕ ਜਗ੍ਹਾ ਦਾ
यह जग सच्चे की है कोठड़ी, सच्चे का विश्वास। एक जगह आउंदा है कि सारा कुछ ही झूठा हैगा। ते इस तरीके दे नाल भाई दोनों जिहड़े हैगियां दोनों जिहड़े हैगे विचार जिहड़े हैगे वो सही हैगे। कूड़ राजा कूड़ प्रजा कूड़ सब संसार, एक जगह इस तरह आउंदा है, एक जगह आउंदा ये जग सच्चे की है कोठड़ी, सच्चे का विश्वास। जे सच्चे नूं विच देखीए तो सच्चा हैगा भाई, जे इहनूं जिहड़ा है इहदे नाल ही इहनूं जिहड़ा हैगा पंजां तत्तां दी रचना जिहड़ी हैगी, जे इहनूं समझीए भी इहदे नाल ही असीं रहना है तो ये तो भाई माया है। इस करके उस मालक परमात्मा की भगती जिहड़ी हैगी आ, जिहदा भंडारा कदी मुकदा ही नहीं हैगा, जिहड़ा साडे अंदर वस रहा है और सारे सानू देख रहा है और आप जिहड़ा हैगा नहीं दिखदा, उसनूं आदेश करना बनता है, उसनूं नमस्कार करनी बनती है। आदेश जैसे आदेश आद अनिल अनाद अनाहत जुग जुग एको वेस, जिहड़ा सृष्टि दे आद तो हैगा, अनिल कहंदे पवित्र हैगा, और अनाद कहंदे सृष्टि नहीं सीगी उदों भी सीगा, अनाहत कहंदे आ वो आहत नहीं हुंदा, वो अविनाशी हैगा, और जुगां जुगां तो उहदा इक्को जिहा वेस हैगा, वो सच हैगा। हाँ जी गुरु जी साहब। आसन लोए लोए भंडार, जो किश पाया सो एका वार। हाँ जी ठीक है जी, तुसी एक बारी व्याख्या कर दो। हाँ जी, आसन लोए लोए भंडार कहते मालक परमात्मा का जिहड़ा भंडारा हैगा, ये जिहड़ा हैगा हरेक जिथे भी लोग वसते आ उस जगह ते उहदा भंडारा हैगा, उस मालक परमात्मा का। आसन लोए लोए भंडार, मालक परमात्मा दे जिहड़ा भंडारियां दा आसन जिहड़ा हैगा, जिथे भी लोग हैगे, हरेक जिन्ने भी भवन हैगे, जिन्नियां भी धरतियां हैगियां, सारियां दे विच उहदा भंडारा चल रहा है भाई। जो किश पाया सो एका वार, कहंदे जो कुछ उन्हें पाया है उत्ते भंडारे दे विच इक्को वारी पाया है, वो भंडारा जिहड़ा हैगा एक वारी नाल ही जिहड़ा हैगा चली जा रहा है भाई। हाँ जी हाँ जी गुरु साहब। हाँ जी ठीक है जी, ठीक है। आसन लोए लोए, हाँ जी, जो किश पाया सो एका वार, पाया सो एका वार। हाँ जी, और जिन्ने भी भवन है, भवन तो लोक, जिन्ने भी लोक, अपनी धरती 3 भवन हैगी, धरत पताल आकाश हैगी, बाकी जिहड़े भी भवन है कहण तो भाव है, चाहे वो जीव जंतु ला लो, चाहे ला लो, वो अंदर जिहड़ा मटीरियल है, हाँ जो भी ला लो, हुण तुसीं हवा ला लो, समुंदर ला लो, हुण समुंदर भी ਉਹਦੇ ਚ ਇੱਕੋ ਹੀ ਉਨਾ ਕੁ ਜਲ ਪਾਇਆ ਜਿੰਨੀ ਕੁ ਲੋੜ ਹੈ। ਇਹ ਜਿਹੜੀਆਂ ਨਾ ਇਹ ਸਾਰੀਆਂ ਜਿਹੜੀਆਂ ਜੋ ਵੀ ਸਥਿਤੀਆਂ ਹੈ ਨਾ, ਇਹਨੂੰ ਪ੍ਰਮਾਤਮਾ ਨੇ ਬਹੁਤ ਕੰਟਰੋਲ ਰੂਪ ਦੇ ਵਿੱਚ ਰੱਖਿਆ ਹੋਇਆ ਹੈ। ਜੇ ਧਰਤੀ ਦੀ ਸਪੀਡ ਵੀ ਵੇਖੋ, ਉਹ ਵੀ ਇੱਕ ਨਿਰਧਾਰਿਤ ਕੀਤੀ ਹੋਈ ਹੈ, ਔਰ ਧਰਤੀ ਉਸੇ ਹੀ ਗਤੀ ਨਾਲ ਘੁੰਮ ਰਹੀ ਹੈ। ਸਹੀ ਹੈ ਨਾ ਜੀ ਸਾਹਿਬ? ਹਾਂਜੀ ਬਿਲਕੁਲ ਠੀਕ ਹੈ ਜੀ। ਜੇ ਸੂਰਜ ਹੈਗਾ और सूरज भी उसे ही तरीके नाल जिहड़ा अपना प्रकाश सानू भेज रहा, और धरती देखो उसे तरह ही वो सूरज दे लागे जाती है, फिर सियाल आ जाता है, ते जिद्दों सूरज तो दूर चल जाती फिर गर्मियां आ जांदियां। सो ये जिद्दां ना बहुत जिहड़ी प्रोग्रामिंग है ना, बड़ी फाइन कीती हुई है। और साडे अंदर भी वेखो, साडे शरीर दे अंदर भी जिहड़ा ना बड़ा सिस्टम बना के रखिया है परमात्मा ने। और तुहाडे अंदर ना एक जिद्दां न्यूट्रल सिस्टम है, ਜਦੋਂ ਵੀ ਆਪਣੇ ਸਰੀਰ 'ਚ ਕੋਈ ਗੜਬੜ ਹੁੰਦੀ ਹੈ ਤੇ ਸਰੀਰ ਆਪਣੇ ਆਪ ਨੂੰ ਫਿਕਸ ਕਰਦਾ ਹੈ, ਕਿਉਂਕਿ ਉਹ ਫੈਕਟਰੀ ਸੈਟਿੰਗ 'ਚ ਲੈ ਕੇ ਜਾਂਦਾ ਹੈ ਆਰਗਨ ਨੂੰ। ਜਿੱਦਾਂ ਮਤਲਬ ਸ਼ੂਗਰ ਵੱਧ ਗਈ ਹੈ, ਉਹਨੇ ਪਿਸ਼ਾਬ 'ਚ ਕੱਢ ਦੇਣੀ ਹੈ, ਜਾਂ ਕੋਈ ਗੰਦ ਮੰਦ ਖਾ ਲਿਆ, ਉਹਨੇ ਕੋਸ਼ਿਸ਼ ਕਰਨਾ ਕਿ ਪੋਟੀ ਦੇ ਰਾਹੀਂ ਬਾਹਰ ਕੱਢ ਦਿੱਤਾ ਜਾਵੇ। ਜੇ ਕੋਈ ਤੁਸੀਂ ਗਲਤ ਜ਼ਹਿਰ ਖਾ ਲਿਆ, ਤੁਹਾਨੂੰ ਉਲਟੀ ਆ ਜਾਣੀ। ਇਹ ਤੁਹਾਡੀਆਂ ਸੇਫਟੀਆਂ ਆਲਰੇਡੀ ਪ੍ਰਮਾਤਮਾ ਨੇ ਲਾ ਕੇ ਰੱਖੀਆਂ ਨੇ। ਉਹ वैसे जी मशीन है छेती खराब नहीं हो सकती, क्योंकि परमात्मा ने बड़ी फाइन बनाई है। जो कहते लीवर है ना, लीवर एक ऐसा ऑर्गन है, वो बहुत मुश्किल है खराब हो निजर साहब।
ਪਰ ਬੰਦਾ ਉਹਨੂੰ ਵੀ ਖਰਾਬ ਕਰ ਦਿੰਦਾ ਆਪਣੀ ਮਤਲਬ ਉਹ ਸ਼ਰਾਬ ਦੀ ਲੱਤ ਦੇ ਨਾਲ। ਉਹਦਾ ਲੀਵਰ ਨਹੀਂ ਕਿਤੇ ਖਰਾਬ ਹੋ ਸਕਦਾ, ਕਹਿੰਦਾ ਇੰਨਾ ਮਜ਼ਬੂਤ ਔਰਗਨ ਆ, ਉਹਨੂੰ ਖਰਾਬ ਕਰਨਾ ਬਹੁਤ ਮੁਸ਼ਕਲ ਹੈ। ਪਰ ਕਈ ਬੰਦੇ ਏਦਾਂ ਦੇ ਨੇ, ਉਹ ਨਸ਼ਾ ਕਰ ਕਰਕੇ ਉਹਨੂੰ ਵੀ ਖਰਾਬ ਕਰ ਦਿੰਦੇ ਨੇ। ਐਡੀ ਮਜ਼ਬੂਤ ਚੀਜ਼ ਜੋ ਵੀ ਆ ਪਰਮਾਤਮਾ ਨੇ ਵੈਸੇ ਜਿਹੜਾ ਸਾਡੀ ਬੋਡੀ ਬਣਾਈ ਆ ਨਾ, ਉਹ ਇਸ ਹਿਸਾਬ ਨਾਲ ਬਣਾਈ ਆ ਕਿ ਜਿੰਨੀ ਵੀ ਸਾਡੀ ਆਯੂ ਹੈਗੀ ਆ ਇਹ ਬੜੇ ਆਰਾਮ ਨਾਲ ਚੱਲ ਸਕਦੀ ਆ। ਪਰ ਆਪਣੇ ਜੀਵਨ ਦੀ ਇੱਕ ਬੜੀ ਦਵੱਚੀ ਆ। ਆਪਾਂ ਪਤਾ ਕੀ ਕਰਦੇ ਆ, ਆਪਾਂ ਇਹਦੀ ਕੇਅਰ ਨਹੀਂ ਕਰਦੇ, ਮਿਸਯੂਜ਼ ਬਹੁਤ ਕਰਦੇ ਆ ਤੇ ਇਸੇ ਕਰਕੇ ਖਰਾਬ ਹੋ ਜਾਂਦੀ ਹੈ। ਉਹਨੇ ਨਿੱਜਰ ਸਾਹਿਬ ਜਿਹੜੇ ਸਾਡੇ ਬਜ਼ੁਰਗ ਸਨ ਨਾ, ਉਹਨਾਂ ਨੇ ਉਹ ਜਿਹੜੇ ਵਰਤ ਧਰਮ ਦੇ ਨਾਲ ਜੋੜੇ, ਉਹਦਾ ਕੋਈ ਕਾਰਨ ਸੀ। ਉਹਦਾ ਕਾਰਨ ਇਹੋ ਹੀ ਸੀ ਕਿ ਢਿੱਡ ਨੂੰ ਰੈਸਟ ਚਾਹੀਦੀ ਹੈ। ਬਿਲਕੁਲ। ਹੁਣ ਜਿਵੇਂ ਸਾਡੇ ਕੋਲ ਪਹਿਲਾਂ ਖਾਣਾ ਇੰਨਾ ਹੁੰਦਾ ਨਹੀਂ ਸੀ। ਨਿੱਜਰ ਸਾਹਿਬ ਕਹਿੰਦੇ ਸੀ ਘੱਟ ਹੀ ਹੁੰਦਾ ਸੀ ਖਾਣਾ, ਤੇ ਕਰਕੇ ਥੋੜਾ ਹੀ ਮਿਲਦਾ ਸੀ ਲੋਕਾਂ ਨੂੰ ਖਾਣ ਲਈ, ਤੇ ਲੋਕੀ ਤੰਦਰੁਸਤ ਸੀ। ਹੁਣ ਸਹੂਲਤਾਂ ਵੱਧ ਗਈਆਂ ਨੇ ਤੇ ਖਾਣਾ ਆਮ ਹੀ ਅਵੇਲੇਬਲ ਹੈ, ਲੋਕੀ ਲੋੜ ਤੋਂ ਜ਼ਿਆਦਾ ਖਾਈ ਜਾਂਦੇ, ਤਾਂ ਹੀ ਤਾਂ ਲੋਕ ਬਿਮਾਰ ਨੇ। ਬਿਲਕੁਲ। ਲੋੜ ਤੋਂ ਜ਼ਿਆਦਾ ਚੀਜ਼ ਆ ਗਈ ਆ, ਉਹਨੂੰ ਮੈਨੇਜ ਨਹੀਂ ਕਰਨਾ ਆ ਰਿਹਾ। ਹੁਣ ਇਹਦੇ 3 ਕਿਸਮ ਦੇ ਸੰਸਾਰ ਤੇ ਦੁਨੀਆ ਤੇ ਬੰਦੇ ਹੁੰਦੇ ਨੇ। ਇੱਕ ਹੁੰਦੀ ਆ ਸਾਈਡ ਵਾਕਰ ਕਹਿੰਦੇ ਉਹਨੂੰ, ਜਿਹੜਾ ਸੜਕ ਦੇ ਕੰਢੇ ਤੇ ਚੱਲਦਾ। ਵੈਸੇ ਜਨਰਲ ਗੱਲ ਕਰਦਾ ਸੰਗਤ ਜੀ, ਇਹ ਨੁਕਤਾ ਬੜਾ ਵਧੀਆ ਜੇ, ਕੰਮ ਆਉਣਾ। ਬਾਣੀ ਸਿਖਾਉਂਦੀ ਬਹੁਤ ਹੈ ਕੁਝ, ਤੇ ਜੇ ਕੋਈ ਆਪਾਂ ਸਿੱਖੀਏ ਨਾ ਤੇ ਬਾਣੀ ਕਹਿੰਦੀ ਸਹਿਜ ਚ ਜੀਵਨ ਚਲਾਉਣਾ ਆਪਾਂ। ਉਹ ਕਹਿੰਦੀ ਕਿ ਇੱਕ ਹੁੰਦਾ ਸੈਡ ਬਾਣੀ, ਹੁਣ ਮੈਂ ਆਪਣੇ ਤਰੀਕੇ ਨਾਲ ਸਮਝਾਉਂਦਾ। ਬਾਣੀ ਕਹਿੰਦੀ ਆ ਕਿ ਇੱਕ ਸਾਈਡ ਵਾਕਰ ਆ, ਮਤਲਬ ਬਿਲਕੁਲ ਕੰਢੇ ਤੇ ਖਲੋਤਾ ਵਾ, ਤੇ ਉਹ ਕੰਢੇ ਤੇ ਖਲੋਤਾ ਵਾ, ਮਾੜਾ ਜਿਹਾ ਖੱਡਾ ਆਇਆ ਨਾਲ ਹੀ ਉਹਨੇ ਟੈਂਟੇ ਫਿਸ਼ ਹੋ ਜਾਣਾ, ਕਿਉਂਕਿ ਉਹਨੇ ਸੋਚਿਆ ਬਿਲਕੁਲ ਕੰਢੇ ਤੇ ਖਲੋਤਾ, ਕੰਢੇ ਦੀ ਗੱਡੀ ਚ ਆ ਰਿਹਾ। ਉਹ ਕਹਿਣ ਤੋਂ ਭਾਵ ਕਿ ਜਿੰਨੇ ਕਮਾਲੇ ਉਹਨੇ ਖਾ ਲਏ, ਜਿੰਨੇ ਕਮਾਲੇ ਉਹਨੇ ਖਾ ਲਏ। ਹੁਣ ਖਾਦਿਆਂ ਤੇ ਖੂਬ ਹੀ ਖਾਦੇ ਜਾਂਦੇ ਆ। ਉਸ ਤੋਂ ਅੱਗੇ ਇੱਕ ਲਾਈਨ ਹੋ ਰਹੀ, ਉਹਨੂੰ ਕਹਿੰਦੇ ਸਲੋ ਟਰੈਕ। ਸਲੋ ਟਰੈਕ ਦੇ ਵਿੱਚ ਕੀ ਹੁੰਦਾ ਕਿ ਉਹ ਬੰਦਾ ਉਹ ਕੋਈ ਜ਼ਿਆਦਾ ਹੀ ਸਲੋ ਹੁੰਦਾ, ਉਹ ਜੋੜੀ ਜਾਂਦਾ। ਉਹ ਜੀਵਨ ਭਰ ਪੈਸੇ ਜੋੜਦਾ ਰਹਿੰਦਾ, ਕਦੇ ਆਨੰਦ ਹੀ ਨਹੀਂ ਮਾਣਦਾ, ਸਰੀਰ ਖਰਾਬ ਕਰ ਲੈਂਦਾ ਆਪਣਾ। ਜਿਹੜਾ ਪਹਿਲਾ ਹੁੰਦਾ ਨਾ, ਜਿਹੜਾ ਪਹਿਲੀ ਕੈਟਾਗਰੀ ਚ ਆਉਂਦਾ ਬੰਦਾ, ਉਹ ਤੇ ਜੋੜਦਾ ਹੀ ਨਹੀਂ ਨਾ। ਤੇ 500 ਕਮਾਇਆ, ਰਾਤੀ ਉਹਦੇ ਪੁੱਤ ਨੇ 500 ਖਾ ਕੇ ਫੇਰ ਹੀ ਸੌਣਾ। ਜਿਹੜਾ ਸਲੋ ਟਰੈਕ ਵਾਲਾ ਵਾ, ਇਹ ਉਲਟਾ ਵਾ, ਇਹ ਕਮਾਉਂਦਾ ਵਾ ਪਰ ਖਾਂਦਾ ਹੀ ਨਹੀਂ ਹੈ। ਆਈ ਜਾਂਦਾ ਬੈਂਕ ਜਮਾ ਕਰੀ ਜਾਂਦਾ। ਉਹ ਖਾਂਦੇ ਤੇ ਦੂਜੇ ਜਿਹੜੇ ਮਗਰ ਹੁੰਦੇ ਆ। ਤੇ ਇੱਕ ਹੁੰਦਾ ਫਾਸਟ ਟਰੈਕ, ਸਭ ਤੋਂ ਲਾਸਟ ਤੇ। ਅਸਲ ਚ ਬਾਣੀ ਸਾਨੂੰ ਚਾਹੁੰਦੀ ਆ ਕਿ ਅਸੀਂ ਫਾਸਟ ਟਰੈਕ ਤੇ ਗੱਡੀ ਚਲਾਈਏ। ਲੋੜ ਪਏ ਤੇ ਫਾਸਟ ਤੇ ਚਲਾ ਲਓ, ਤੇ ਲੋੜ ਪਏ ਤੇ ਸਲੋ ਤੇ ਆ ਜਾਓ। ਉਹ ਬੈਲੈਂਸਿੰਗ ਕਹਿੰਦੇ ਨੇ ਸਾਡੀ ਲਾਈਫ। ਕਹਿੰਦੇ ਉਹ ਮਤਲਬ ਇਹ ਜਿੱਥੇ ਨਹੀਂ ਗੱਡੀ ਚਲਾਉਣੀ, ਸਾਈਡ ਵਾਕ ਨਹੀਂ ਕਰਨਾ, ਮਤਲਬ ਕਿ ਇਹ ਨਹੀਂ ਕਿ ਖਾ ਲਿਆ ਤੇ ਕਮਾ ਲਿਆ। ਤੇ ਉਹਦੇ ਬਿਲਕੁਲ ਜਾਨਵਰ ਵਾਲਾ ਸਿਸਟਮ ਹੈ। ਉਹ ਕਹਿੰਦੇ ਕਿ ਕੁਛ ਸਾਨੂੰ ਜਿਹੜਾ ਨਾ ਕੀੜੀ ਤੋਂ ਗੁਣ ਗ੍ਰਹਿਣ ਕਰਨੇ ਚਾਹੀਦੇ। ਜਿੱਦਾਂ ਕੀੜੀ ਸੇਵਿੰਗ ਕਰਦੀ ਹੈ ਨਾ, ਆਪਣੇ ਕੋਲ ਸਾਂਭ ਕੇ ਰੱਖਦੀ ਹੈ। ਹੁਣ ਮੈਂ ਕੱਲ ਇੱਕ ਵੀਡੀਓ ਵੇਖਣ ਦਿਆ ਸੀ, ਤੇ ਉਹ ਚੰਗੇ ਭਲੇ ਸਟਾਰ ਸੀ, ਉਹਨਾਂ ਕੋਲ ਕਿੰਨੇ ਕਰੋੜ ਰੁਪਏ ਆਏ ਸੀ, ਪਰ ਉਹਨਾਂ ਨੇ ਪੈਸਿਆਂ ਨੂੰ ਮੈਨੇਜ ਨਹੀਂ ਕੀਤਾ ਸਹੀ ਤਰੀਕੇ ਨਾਲ। ਔਰ ਪੈਸੇ ਕਮਾਉਣਾ ਇੱਕ ਅਲੱਗ ਚੀਜ਼ ਹੈ, ਉਹਨਾਂ ਨੂੰ ਮੈਨੇਜ ਕਰਨਾ ਇੱਕ ਸਕਿੱਲ ਹੈ। ਔਰ ਬਾਣੀ ਸਾਨੂੰ ਇਹੋ ਕਹਿੰਦੀ ਹੈ ਕਿ ਸਹਿਜ ਚ ਜੀਵਨ ਬਤੀਤ ਕਰ, ਸ਼ੋ ਆਫ ਨਹੀਂ ਕਰਨੀ। ਤੇਰੀ ਇਹ ਨਹੀਂ ਕਿ ਤੇਰੇ ਗੱਡੀਆਂ ਵੱਡੀਆਂ ਲਈ ਜਾਵੇਂ, ਘਰ ਵੱਡਾ ਲਈ ਜਾਵੇਂ, ਕਰਜ਼ਾ ਚੁੱਕੀ ਜਾਵੇਂ, ਮੁੜ ਕੇ ਤੇਰੇ ਪਿਓ ਨੇ ਕਰਜ਼ਾ ਉਤਾਰਨਾ, ਮੁੜ ਕੇ ਤੇਰੀ ਸਾਰੀ ਜ਼ਿੰਦਗੀ ਕਰਜ਼ੇ ਚ ਲੰਘ ਜਾਣੀ। ਔਰ ਤੇ ਜੀਵਨ ਨੂੰ ਜੀਣਾ ਕਿੱਦਾਂ ਹੀ। ਬਾਣੀ ਸਾਨੂੰ ਇਹੋ ਸਿਖਾਉਂਦੀ ਆ ਕਿ ਸਾਦਾ ਜੀਵਨ ਬਤੀਤ ਕਰ। ਕਹਿਣ ਤੋਂ ਭਾਵ ਫਾਸਟ ਟਰੈਕ ਤੇ ਚਲਾ ਗੱਡੀ, ਕਿਤੇ ਸਲੋ ਤੇ ਵੀ ਚਲਾ ਲਾ। ਪੈਸੇ ਘੱਟ ਗਏ, ਕਮਾਈ ਘੱਟ ਗਈ ਤੇ ਘੱਟ ਖਰਚਾ ਕਰ ਲਓ। ਆਇਆ ਵਾ ਕਿ ਜਾਣ ਕੇ ਲੋਕਾਂ ਨੂੰ ਸ਼ੋਅ ਆਫ ਕਰਨ ਦੇ ਲਈ ਕੱਟ ਗਿਆ ਜੀ ਉਹਨਾਂ ਦਾ ਫੋਨ, ਸ਼ਾਇਦ ਕੱਟ ਗਿਆ ਜੀ ਉਹਨਾਂ ਦਾ ਫੋਨ। ਹਾਂਜੀ ਗੋਲਕੇ ਸਾਹਿਬ, ਇਹ ਇੱਥੇ ਬਾਣੀ ਕਹਿ ਰਹੀ ਕਿ ਸਾਦਾ ਜੀਵਨ ਤੋਂ ਭਾਵ, ਨਿੱਜਰ ਸਾਹਿਬ ਮੇਰੀ ਆਵਾਜ਼ ਆ ਰਹੀ ਹੈ ਨਾ? ਆ ਰਹੀ ਹੈ ਜੀ, ਆ ਰਹੀ ਹੈ। ਹਾਂ, ਸਾਦਾ ਜੀਵਨ। ਦੇਖੋ ਇਹ ਨੁਕਤਾ ਬੜਾ ਕੰਮ ਹੈ। ਜੇ ਤੁਸੀਂ ਅੱਜ ਦਾ ਮੇਰਾ ਨੁਕਤਾ ਫੜ ਲੈਂਦੇ ਜੇ ਨਾ, ਤੁਹਾਡਾ ਜੀਵਨ ਬੜਾ ਸੌਖਾ ਹੋ ਸਕਦਾ। ਉਹ ਜਿਹੜੀ ਮੈਂ ਵੀਡੀਓ ਵੇਖੀ, ਮੈਂ ਵੇਖਿਆ ਚੰਗੇ ਭਲੇ ਸਟਾਰ,
ਫਿਲਮ ਇੰਡਸਟਰੀ ਦੇ, ਉਹਨਾਂ ਕੋਲ ਕਰੋੜਾਂ ਰੁਪਈਏ ਸੀ, ਪਰ ਉਹਨਾਂ ਨੇ ਕਿਤੇ ਸੋਚਿਆ ਹੀ ਨਹੀਂ ਸੀ ਕਿ ਥੋੜੀਆਂ ਦੁੱਖੀਆਂ ਬੋਝੀ ਪਾ ਕੇ ਰੱਖਣੀਆਂ ਹੈ, ਕੱਲ ਨੂੰ ਮਾੜੇ ਟਾਈਮ 'ਚ ਕੰਮ ਆਉਣਗੀਆਂ। ਉਹ ਧੀਆਂ ਪੁੱਤ ਨੂੰ ਦੇਤੀਆਂ, ਪਤਾ ਨਹੀਂ ਕਿਹਨੂੰ ਦੇ ਦਿੱਤੀਆਂ, ਉਹ ਪੈਸੇ ਗਏ ਮੁੱਕ, ਤੇ ਮੁੜ ਕੇ ਉਹਨਾਂ ਦੇ ਇੰਨੇ ਬੁਰੇ ਹਾਲ ਹੋ ਗਏ, ਉਹਨਾਂ ਕੋਲ ਆਪਣੇ ਇਲਾਜ ਕਰਾਉਣ ਜੋਗੇ ਵੀ ਪੈਸੇ ਨਹੀਂ ਹੈਗੇ। ਪਰ ਕਈ ਬੰਦੇ ਇਦਾਂ ਦੇ ਪੈਸੇ ਕਮਾਈ ਜਾਂਦੇ, ਉਹ ਜੀਵਨ ਨੂੰ ਸਮਝਦੇ ਨਹੀਂ, ਨਾ ਇੰਜੋਏ ਕਰਦੇ, ਜੀਵਨ ਨੂੰ ਸੁੱਖ ਨਹੀਂ ਲੈਂਦੇ ਜੀਵਨ 'ਚ। ਸੋ ਬਾਣੀ ਸਾਨੂੰ ਕਹਿੰਦੀ ਹੈ ਕਿ ਸਾਡਾ ਜੀਵਨ ਨਾ ਤਾਂ ਜਾਣਾ ਨਾ ਠਾਂ ਹੋਣਾ, ਵਿਚਕਾਰ ਰਹਿਣਾ। ਜੀਵਨ ਨੂੰ ਵੀ ਹੁਣ ਪੈਸਾ ਵਾ, ਜੇ ਜਵਾਨੀ 'ਚ ਆਪਾਂ ਤਾਂ ਸੁੱਖ ਨਹੀਂ ਲਿਆ ਤੇ ਬੁਢਾਪੇ 'ਚ ਕੀ ਲੈਣਾ ਹੋਗਾ। ਸੋ ਜੇ ਕੁਛ ਪੈਸੇ ਬਚਾ ਕੇ ਵੀ ਰੱਖਣੇ ਆ ਤੇ ਕੁਛ ਵਰਤਣੇ ਵੀ ਆਪਣੇ ਤੇ। ਔਰ ਇਹ ਨਹੀਂ ਕਿ ਪਹਿਲਾਂ ਪੈਸੇ ਕਮਾਈ ਜਾਣੇ ਤੇ ਸਰੀਰ ਖਰਾਬ ਕਰ ਲੈਣਾ ਹੈ, 18 ਘੰਟੇ ਕੰਮ ਕਰਕੇ ਮੁੜ ਕੇ ਉਹੀ ਪੈਸੇ ਜਿਹੜੇ ਸਰੀਰ ਤੇ ਲਾਈ ਜਾਣੇ। ਇਹ ਵੀ ਜਿਹੜਾ ਮੈਂ ਵੇਖਣਾ ਵਾ, ਸਭ ਤੋਂ ਜ਼ਿਆਦਾ ਜਿਹੜਾ ਲੋਕੀ ਸਰੀਰ ਨੂੰ ਇਗਨੋਰ ਕਰਦੇ ਆ, ਜਦ ਕਿ ਤੁਹਾਨੂੰ ਪਤਾ ਨਾ ਗ੍ਰੰਥਾਂ 'ਚ ਲਿਖਿਆ ਜੰਤਰ, ਸਭ ਤੋਂ ਪਹਿਲਾਂ ਜੰਤਰ ਦਾ ਧਿਆਨ ਦੇਣਾ, ਕਿਉਂਕਿ ਜਿਹੜਾ ਜੰਤਰ ਇਹਨੂੰ ਨਹੀਂ ਖਰਾਬ ਕਰਨਾ। ਜਦੋਂ ਇਹ ਖਰਾਬ ਹੋ ਗਿਆ ਨਾ, ਤੈਨੂੰ ਕੋਈ ਨਹੀਂ ਠੀਕ ਕਰ ਸਕਦਾ ਮੁੜ ਕੇ। ਔਰ ਜਦੋਂ ਜੰਤਰ ਖਰਾਬ ਹੋ ਗਿਆ ਤਾਂ ਲੋਕਾਂ ਕੋਲ ਕਰੋੜਾਂ ਰੁਪਏ, ਅਰਬਾਂ ਰੁਪਏ, ਪਰ ਉਹਨਾਂ ਦਾ ਜੰਤਰ ਸਹੀ ਨਹੀਂ। ਸ਼ਾਹੀ ਇੱਕ ਗੱਲ ਦਾ ਧਿਆਨ ਰੱਖਣਾ ਹੈ, ਘੱਟੋ ਘੱਟ 1 ਘੰਟਾ ਐਕਸਰਸਾਈਜ਼ ਕਰਨੀ ਹੈ। ਦੁਨੀਆ ਦਾ ਕੋਈ ਵੀ ਨੁਕਸਾਨ ਹੋ ਜਾਏ ਕੋਈ ਗੱਲ ਨਹੀਂ, ਇੱਕ ਸਮਾਂ ਆਊਗਾ, ਮੇਰੀ ਗੱਲ ਤੁਹਾਨੂੰ ਯਾਦ ਆਊਗੀ, ਤੁਸੀਂ ਸਾਰਾ ਹੀ ਕਵਰ ਕਰ ਜਾਓਗੇ ਜੇਕਰ ਤੁਸੀਂ ਆਪਣੇ ਸਰੀਰ ਦਾ ਧਿਆਨ ਰੱਖੋ। ਸਰੀਰ ਬੜਾ ਹੀ ਇੰਪੋਰਟੈਂਟ ਹੈ, ਇਹਨੂੰ ਮਿਸਯੂਜ਼ ਨਾ ਕਰੋ। ਇਹ 3 ਚੀਜ਼ਾਂ ਤੁਹਾਨੂੰ ਪਹਿਲਾਂ ਵੀ ਦੱਸੀਆਂ, ਲੂਣ, ਖੰਡ ਤੇ ਤੇਲ, ਇਹਨਾਂ 3 ਤੋਂ ਬਚਣਾ। ਇਹ 3 ਦਾ ਪ੍ਰਯੋਗ ਉਦੋਂ ਕਰਨਾ ਹੈ ਜਦੋਂ ਲੋੜ ਹੈ, ਸਵਾਦ ਲਈ ਨਹੀਂ ਕਰਨਾ। ਇਹ ਨਹੀਂ ਕਿ ਸਾਰਾ ਦਿਨ ਉਹ ਨਮਕੀਨ ਖਾਈ ਜਾਓ, ਤਲੀਆਂ ਚੀਜ਼ਾਂ ਖਾਈ ਜਾਓ, ਅੱਜ ਤੱਕ ਚੀਜ਼ਾਂ ਮਿਲਦੀਆਂ, ਕਿਉਂਕਿ ਇਹ ਜੋ ਵੀ ਆਪਾਂ ਅੰਦਰ ਸੁੱਟਣਾ ਹੈ ਨਾ, ਇਹ ਸਾਡੇ ਸਰੀਰ ਨੇ ਇਹਨੂੰ ਮੈਨੇਜ ਕਰਨਾ ਵਾ। ਕਦੀ ਵੀ ਦੇਖੋ ਪਾਣੀ 'ਚ ਲਿਖਿਆ ਜੰਤਰ ਹੀ ਖਰਾਬ ਕਰ ਲਿਆ, ਮੁੱਢਲਾ ਪੇਟ ਤੇ ਗੋਡੇ ਕਿਤੇ ਧੌਣ 'ਚ ਪੀੜ। ਇਸ ਯੰਤਰ ਜਿਹੜਾ ਹੈ ਨਾ, ਜੰਤਰ ਵੈਸੇ ਮਸ਼ੀਨ ਕੋ ਮਾਰ ਹੈਗੀ, ਕਿਉਂਕਿ ਪਰਮਾਤਮਾ ਨੇ ਜਿਹੜੀ ਸਾਡੀ ਰੋਟੀ ਦਿੱਤੀ ਹੈ ਸਾਨੂੰ, ਉਹ ਇਹਨੇ ਕੀ ਕੋਈ ਇਹਨੇ ਪਾਇਆ ਸਾਰਾ ਕੁਛ, ਇਹਦੇ ਵਿੱਚ ਆਪਣੇ ਆਪ ਹੀ ਕਰਨ ਦੀ ਸਮਰੱਥਾ ਹੈਗੀ ਹੈ। ਗੋਰਕੀ ਸਾਹਿਬ ਤੁਹਾਡੀ ਆਵਾਜ਼ ਸਹੀ ਨਹੀਂ ਆ ਰਹੀ। ਗੋਰਕੀ ਸਾਹਿਬ ਤੁਹਾਡੀ ਆਵਾਜ਼ ਸਹੀ ਨਹੀਂ ਆ ਰਹੀ। ਮੈਨੂੰ ਰੈਸਟ ਚਾਹੀਦੀ ਆ, ਤੁਹਾਡੀ ਆਵਾਜ਼ ਸਹੀ ਨਹੀਂ ਆ ਰਹੀ। ਖਾਣਾ ਖਾਓ 8 ਘੰਟਿਆਂ 'ਚ, ਸਵੇਰੇ ਖਾ ਲਓ 10 ਵਜੇ, ਮੁੜ ਕੇ ਸ਼ਾਮੀ 6 ਵਜੇ ਖਾ ਲਓ, ਮੁੜ ਕੇ ਜਿਹੜੇ 16 ਘੰਟੇ ਭੁੱਖੇ ਰਹਿਣਾ ਬੜਾ ਹੀ ਜ਼ਰੂਰੀ। ਤੁਹਾਡੀਆਂ 80% ਜਿਹੜੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ। ਇੱਕ ਤੇ ਮੇਰਾ ਇਹ ਨੁਕਤਾ ਯਾਦ ਰੱਖਣਾ ਹੈ, ਦੂਜਾ 1 ਘੰਟਾ ਐਕਸਰਸਾਈਜ਼ ਕਰਨੀ ਹੈ, ਔਰ ਕਰਨੀ ਸਵੇਰੇ, ਸ਼ਾਮੀ ਨਹੀਂ ਕਰਨੀ, ਸਵੇਰੇ ਐਕਸਰਸਾਈਜ਼ ਕਰਨੀ, ਔਰ ਕੁਛ ਕਰਨਾ ਹੈ ਧੁੱਪੇ ਜਾਇਆ ਜਾਏ। ਹੁਣ ਜਿਹੜੇ ਧੁੱਪ ਨਹੀਂ, ਚਲੋ ਤੇ ਵੱਖਰੀ ਸਿਚੁਏਸ਼ਨ, ਜਿੱਥੇ ਧੁੱਪ ਹੈਗੀ ਆ 1 ਘੰਟਾ 45 ਮਿੰਟ ਧੁੱਪੇ ਬਹਿਣਾ, ਕਿਉਂਕਿ ਸਾਡੀ ਨੀਂਦ ਦਾ ਸੰਬੰਧ ਸਾਡੀ ਧੁੱਪ ਦੇ ਨਾਲ ਹੈ। ਨਿੱਜੇ ਸਾਹਿਬ ਹਾਂਜੀ ਹਾਂਜੀ ਠੀਕ ਹੈ ਨਿੱਜੇ ਸਾਹਿਬ? ਹਾਂਜੀ ਹਾਂਜੀ ਨਿੱਜੇ ਸਾਹਿਬ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਹਾਂ ਤਾਂ ਰਹੀ ਹੈ ਗੋਰਕੀ ਸਾਹਿਬ, ਵਿੱਚ ਨਾ ਮਿਊਟ ਜੀ ਹੋ ਜਾਂਦੀ ਹੈ ਤੁਹਾਡੀ ਆਵਾਜ਼ ਜਿਹੜੀ ਹੈ ਨਾ, ਅੱਜ ਡਿਸਟਰਬੈਂਸ ਬਹੁਤ ਜ਼ਿਆਦਾ ਹੈ, ਸਮਝ ਨਹੀਂ ਆ ਰਹੀ। ਹੈਲੋ ਹੈਲੋ ਕਨੈਕਸ਼ਨ ਕੱਟ ਗਿਆ ਲੱਗਦਾ ਹੈ ਤਾਂ ਸਹੀ ਲਾਈਨ ਦੇ ਉੱਤੇ, ਪਰ ਆਵਾਜ਼ ਨਹੀਂ ਆ ਰਹੀ। ਹੈਲੋ ਲਾਈਨ ਤੇ ਹੈਗੀ ਪਰ ਕੱਟ ਗਿਆ ਲੱਗਦਾ ਨਾ। ਇਸ ਤਰ੍ਹਾਂ ਹੀ ਲੱਗ ਰਿਹਾ, ਉਹਦੀ ਆਵਾਜ਼ ਨਹੀਂ ਆਉਂਦੀ। 1 ਸੈਕਿੰਡ ਫਿਰ ਨਾਲ ਦੁਬਾਰਾ ਫਿਰ ਉਹਨੂੰ ਸਾਡੀ ਆਵਾਜ਼ ਵੀ ਨਹੀਂ ਜਾ ਰਹੀ। 1 ਸੈਕਿੰਡ ਮੈਂ ਨਾ ਉਹ ਕਰ ਦਿੰਦਾ। ਨਹੀਂ ਜਿਹੜਾ ਤੁਹਾਡੀ ਆਵਾਜ਼ ਵੀ ਕੱਟ ਹੁੰਦੀ ਆ। ਅੱਛਾ ਹਾਂਜੀ ਹਾਂਜੀ ਮੈਂ ਤਾਂ ਖੈਰ ਮੈਂ ਤਾਂ ਉਹ ਲਗਾ ਲੈਣਾ ਹੈ, ਮੈਂ ਜਿਹੜੇ ਹੈਗੇ ਉਹ ਲਗਾ ਲਓ ਤੁਸੀਂ। ਹਾਂਜੀ ਹਾਂਜੀ
ਆ ਰਹੀ ਹੈ? ਹਾਂਜੀ ਹਾਂਜੀ ਹੁਣ ਆ ਰਹੀ ਹੈ ਜੀ। ਹਾਂ ਉਹ ਵਿੱਚ ਜੀ ਹਾਂਜੀ ਕੋਈ ਨਾ ਗੜਬੜ ਹੋ ਗਈ ਸੀ। ਅੱਛਾ ਹੁਣ ਇੱਥੇ ਮੈਂ ਇਹ ਗੱਲ ਕਰਨੀ ਕਿਉਂ ਜ਼ਰੂਰੀ ਸਮਝਦਾ ਹਾਂ, ਦੇਖੋ ਆਪਾਂ ਸਾਧਨਾ ਕਰਦੇ ਹਾਂ, ਆਪਾਂ ਨੂੰ ਨਾ ਸਾਰੀਆਂ ਚੀਜ਼ਾਂ ਨੂੰ ਵੇਖਣਾ ਪਊਗਾ, ਕਿਉਂਕਿ ਬਾਣੀ 'ਚ ਖਾਸ ਕਰਕੇ ਤੁਸੀਂ ਦੇਖੋ ਨਾ, ਗੁਰੂ ਨਾਨਕ ਪਾਤਸ਼ਾਹ ਨੇ ਖੇਤੀ ਕੀਤੀ ਹੈ, ਕਿਰਤ ਕੀਤੀ ਹੈ, ਕੰਮ ਕੀਤਾ, ਮਿਹਨਤ ਕੀਤੀ ਹੈ, ਭਗਤੀ ਵੀ ਕੀਤੀ ਹੈ, ਬੈਲੈਂਸ ਕੀਤਾ। ਬਿਲਕੁਲ ਇਹ ਨਹੀਂ ਜੰਗਲ 'ਚ ਭੱਜ ਜਾਓ ਤੇ ਬਿਲਕੁਲ ਇਹ ਨਹੀਂ ਕਿ ਪੈਸੇ ਪਿੱਛੇ ਭੱਜ ਜਾਓ। ਤੋ ਇਹ ਜੀਵਨ ਇੱਕ ਬੈਲੈਂਸਿੰਗ 'ਚ ਜਦੋਂ ਚੱਲਦਾ ਹੈ ਨਾ, 2 ਟਰੈਕ ਹੈਗੇ ਨੇ, ਇੱਕ ਹੁੰਦਾ ਸਾਈਡ ਵਾਕਰ, ਉਹ ਤੇ ਉਹਨੇ ਕੋਈ ਆਪਸ਼ਨ ਹੀ ਨਹੀਂ ਹੁੰਦਾ, ਉਹਨੇ ਤੇ ਕਮਾ ਲਿਆ ਤੇ ਖਾ ਲਿਆ, ਉਹ ਤੇ ਗਿਆ ਫੁੱਸ। ਹੁਣ ਕਰੋਨਾ ਵਾਇਰਸ 'ਚ ਜ਼ਿਆਦਾ ਲੋਕ ਇਸੇ ਵਿੱਚ ਰਗੜੇ ਗਏ ਨੇ। ਲੋਕਾਂ ਨੇ ਕਰਜ਼ਾ ਚੁੱਕ ਲਿਆ ਵੱਡੇ ਵੱਡੇ ਘਰ ਲੈ ਲਏ ਸ਼ੋ ਆਫ ਦੇ ਲਈ, ਹੁਣ ਪੈਸੇ ਹੈ ਨਹੀਂ, ਉਹ ਕਿਸ਼ਤਾਂ ਕਿੱਥੋਂ ਕਰਨੀਆਂ ਨੇ ਜੀ ਸਾਹਿਬ? ਹੈ ਨਾ, ਇਹ ਵੀ ਜ਼ਿੰਦਗੀ 'ਚ ਇੱਕ ਬੜੀ ਵੱਡੀ ਇੱਕ ਸਾਧਨਾ 'ਚ ਇੱਕ ਪ੍ਰੋਬਲਮ ਹੀ ਹੋ ਜਾਂਦੀ। ਮੁੜ ਕੇ ਹੁਣ ਜਦੋਂ ਕਰਜ਼ਾ ਸਿਰ ਤੇ ਚੜਿਆ ਹੋਵੇ ਤੇ ਫਿਰ ਨੀਂਦ ਕਿੱਥੋਂ ਆਉਂਦੀ ਰਾਤ ਨੂੰ? ਔਰ ਜਦੋਂ ਨੀਂਦ ਨਹੀਂ ਆਉਣੀ ਤੇ ਫਿਰ ਤੁਹਾਡੀ ਸਾਧਨਾ ਵੀ ਕਿੱਦਾਂ ਦੀ ਹੋਊਗੀ? ਸੋ ਇਹ ਨਹੀਂ ਹੈ ਕਿ ਮੈਂ ਤੁਹਾਨੂੰ ਮਨੀ ਮਾਈਂਡਡ ਕਰ ਰਿਹਾ ਜਾਂ ਮੈਂ ਕੁਝ ਹੋਰ ਸਿਖਾ ਰਿਹਾ, ਪਰ ਇਹ ਪੈਸਾ ਵੀ ਜਿਹੜਾ ਨਾ, ਜਿਹੜੇ ਲੋਕ ਮੈਨੇਜ ਨਹੀਂ ਨਾ ਕਰ ਪਾਉਂਦੇ, ਉਹ ਵੀ ਆਪਣੇ ਆਪ ਨੂੰ ਬੜੀ ਕਸੂਤੀ ਜਗ੍ਹਾ 'ਚ ਫਸਾ ਲੈਂਦੇ ਨੇ। ਖਰਚੇ ਨਹੀਂ ਲੋਕੀ ਘੱਟ ਕਰਦੇ, ਮੁੜ ਕੇ ਫਿਰ ਭਗਤੀ ਵੀ ਟੁੱਟ ਜਾਂਦੀ ਹੈ, ਕਿਉਂਕਿ ਇਹ ਸਾਰਾ ਕੁਝ ਆਪਾਂ ਨੂੰ ਦੇਖਣਾ ਪਊਗਾ। ਬਾਣੀ ਇਸ ਲਈ ਕਹਿੰਦੀ ਕਿ ਸਾਦਾ ਜੀਵਨ ਬਤੀਤ ਕਰੋ, ਕੋਈ ਐਵੇਂ ਉਲਟਾ ਪੁਲਟਾ ਪੰਗਾ ਨਾ ਲਓ, ਤਾਂ ਜੋ ਅਸੀਂ ਨਾ ਬੜੀ ਸਫਾਈ ਦੇ ਨਾਲ ਜੀਵਨ ਨੂੰ ਬਤੀਤ ਕਰੀਏ। ਠੀਕ ਹੈ। ਹੁਣ ਕੁਦਰਤੀ ਚੀਜ਼ ਹੈ, ਹੁਣ ਬਾਣੀ ਕੀ ਕਹਿੰਦੀ ਹੈ ਕਿ ਜੋ ਕੁਝ ਵੀ ਪਾਇਆ ਪਰਮਾਤਮਾ ਨੇ ਇੱਕੋ ਵਾਰੀ ਪਾਇਆ, ਔਰ ਸਾਨੂੰ ਬੁੱਧੀ ਦਿੱਤੀ ਹੈ। ਹੁਣ ਦੇਖੋ, ਹੁਣ ਕੁਦਰਤੀ ਤੌਰ ਤੇ ਮੀਂਹ ਪੈਂਦਾ, ਕਿੱਦਾਂ ਬੱਦਲ ਪਾਣੀ ਚੁੱਕਦੇ ਆ ਸਮੁੰਦਰ ਚੋਂ, ਉਹ ਪਾਣੀ ਨੂੰ ਪਹਾੜਾਂ ਤੇ ਲੈ ਕੇ ਜਾਂਦੇ ਆ, ਮੀਂਹ ਪੈਂਦਾ। ਕੁਝ ਪਾਣੀ ਨਦੀਆਂ ਦੇ ਰਾਹੀਂ ਵਗ ਕੇ ਫੇਰ ਵਾਪਸ ਸਮੁੰਦਰ 'ਚ ਚਲ ਜਾਂਦਾ, ਉਹੀ ਪਾਣੀ ਆਪਾਂ ਖੇਤੀ ਲਈ ਵਰਤਦੇ ਹਾਂ, ਔਰ ਉਸ ਤੋਂ ਬਾਅਦ ਉਸੇ ਪਾਣੀ ਨਾਲ ਬੱਤੀ ਵੀ ਪੈਦਾ ਹੁੰਦੀ ਆ। ਔਰ ਕੁਝ ਪਾਣੀ ਜਿਹੜਾ ਵਾ ਉੱਤੇ ਪਹਾੜਾਂ ਦੇ ਉੱਤੇ ਬਰਫ਼ ਦੇ ਰੂਪ 'ਚ ਜੰਮ ਜਾਂਦਾ, ਔਰ ਫਿਰ ਸਾਰਾ ਸਾਲ ਸਾਨੂੰ ਜਿੱਦਾਂ ਵੀ ਹੈ ਨਦੀ ਦੇ ਰੂਪ 'ਚ ਸਾਨੂੰ ਫਿਰ ਉਹ ਪਾਣੀ ਪ੍ਰਾਪਤ ਹੁੰਦਾ ਰਹਿੰਦਾ। ਇਹ ਦੇਖੋ ਕਿੱਡਾ ਵਧੀਆ ਅਰੇਂਜਮੈਂਟ ਕੀਤਾ ਪਰਮਾਤਮਾ ਨੇ, ਪਰ ਜਿਹੜਾ ਉਹਦਾ ਅਰੇਂਜਮੈਂਟ ਹੈ ਉਹ ਬੜਾ ਫਾਈਨ ਹੈ, ਔਰ ਉਸ ਅਰੇਂਜਮੈਂਟ ਦੇ ਸਿਰ ਤੇ ਹੀ ਸਾਰਾ ਕੁਝ ਚੱਲ ਰਿਹਾ। ਔਰ ਉਹ ਇੱਕੋ ਹੀ ਪਾ ਦਿੰਦਾ ਹੈ ਵਸਤੂ, ਫਿਰ ਉਹ ਵਸਤੂ ਏਦਾਂ ਦੀ ਪਾ ਦਿੰਦਾ ਹੈ ਕਿ ਉਹ ਇੱਕ ਸਰਕਲ ਹੁੰਦਾ ਨੇ ਸਾਹਿਬ। ਬਿਲਕੁਲ। ਉਹ ਸਰਕਲ ਪਰਮਾਤਮਾ ਨੇ ਕੋਈ ਵੀ ਚੀਜ਼ ਬਣਾਈ ਹੈ, ਦੇਖੋ ਉਹ ਸਰਕਲ ਬਣਾਇਆ, ਉਹ ਚੀਜ਼ ਖਤਮ ਨਹੀਂ ਹੋਊਗੀ, ਉਹ ਚੀਜ਼ ਫੇਰ ਆਊਗੀ, ਜਿੱਦਾਂ ਮਤਲਬ ਉਹ ਫੇਰ ਆਪਣਾ ਕੰਮ ਕਰੂਗੀ, ਫੇਰ ਚੱਲ ਜਾਊਗੀ, ਫਿਰ ਉਹ ਸਰਕਲ ਆ। એનર્ਜੀ ਜਿਹੜੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਘੁੰਮ ਰਹੀ ਹੈ। ਠੀਕ ਹੈ ਨਿਜਾ ਸਾਹਿਬ, ਅੱਗੇ ਚਲੀ। ਹਾਂ, ਕਰ ਕਰ ਵੇਖੇ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਕਹਿੰਦੇ ਉਹ ਮਾਲਕ ਪਰਮਾਤਮਾ, ਇਸ ਸ੍ਰਿਸ਼ਟੀ ਬਣਾਉਣ ਵਾਲਾ, ਇਸ ਸ੍ਰਿਸ਼ਟੀ ਨੂੰ ਕਰਕੇ ਪੈਦਾ ਕਰਕੇ ਦੇਖ ਰਿਹਾ ਆ। ਕਰ ਕਰਕੇ ਮਤਲਬ ਹੋਰ ਜਿਹੜਾ ਹੈਗਾ ਜੋ ਕੁਛ ਵੀ ਉਹ ਕਰ ਰਿਹਾ ਹੈ ਮਾਲਕ ਪਰਮਾਤਮਾ, ਉਸ ਨੂੰ ਉਹ ਪੂਰੀ ਤਰ੍ਹਾਂ ਜਿਹੜਾ ਹੈਗਾ ਉਹਦੀ ਨਜ਼ਰ ਦੇ ਵਿੱਚ ਹੈਗੀ ਆ। ਜੋ ਵੀ ਇਹਦੇ ਅੰਦਰ ਵਾਧਾ ਕਰਦਾ ਹੈ ਜਾਂ ਆਲਟਰੇਸ਼ਨ ਜਿਹੜਾ ਕੋਈ ਪਲੈਨਟ ਜਾਂ ਕੋਈ ਗ੍ਰਹਿ ਜਾਂ ਕੋਈ ਲੋਕ ਜਿਹੜਾ ਹੈਗਾ, ਕੋਈ ਧਰਤੀ ਬਲੈਕ ਹੋਲ ਚਲੇ ਜਾਂਦੀ ਆ, ਉਹ ਮਾਲਕ ਪਰਮਾਤਮਾ ਦੀ ਮਰਜ਼ੀ ਨਾਲ ਹੁੰਦਾ ਹੈ ਸਾਰਾ ਦਾ ਸਾਰਾ ਕੁਛ। ਨਾਨਕ ਸੱਚੇ ਕੀ ਸਾਚੀ ਕਾਰ। ਕਹਿੰਦੇ ਉਸ ਮਾਲਕ ਪਰਮਾਤਮਾ ਦੀ ਇਹ ਕਾਰ ਜਿਹੜੀ ਹੈਗੀ ਆ, ਇਹ ਸੱਚੀ ਹੈਗੀ ਆ, ਇਹਦੇ ਵਿੱਚ ਕੋਈ ਊਣਤਾ ਹੀ ਨਹੀਂ ਹੈਗੀ ਆ। ਹਾਂਜੀ ਵੀਰ ਜੀ। ਹੈਲੋ। ਹਾਂਜੀ ਠੀਕ ਹੈ ਨਿਜਾ ਸਾਹਿਬ, ਤੁਕ ਬੋਲ ਦੋ। ਹਾਂ, ਕਰ ਕਰ ਵੇਖੇ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਹਾਂਜੀ ਬਿਲਕੁਲ ਠੀਕ ਹੈ ਜੀ। ਕਰ ਕਰ ਵੇਖੇ, ਕੌਣ ਵਹਿੰਦਾ ਪਿਆ ਵਾ? ਸਿਰਜਣਹਾਰ। ਜਿਹੜਾ ਕੱਲ ਹੀ ਸੀ, ਉਹੀ ਇੱਕ ਮਾਈ ਜਿਹੜਾ ਉਹ ਖੁਦ ਹੀ ਕਰਦਾ ਵਾ, ਖੁਦ ਹੀ ਬਣਾਉਂਦਾ ਹੈ, ਫਿਰ ਢਾ ਦਿੰਦਾ ਹੈ, ਉਹੀ ਦਿੰਦਾ ਪਿਆ ਵਾ। ਬਿਲਕੁਲ। ਔਰ ਉਹ ਸਾਨੂੰ ਵੀ ਵਹਿੰਦਾ ਪਿਆ ਵਾ, ਉਹ ਸਾਡੀ ਕਥਾ ਵੀ ਸੁਣਦਾ ਪਿਆ। ਉਹ ਖਾਸ ਕਰਕੇ ਹੋਰ ਜਗ੍ਹਾ ਤੇ ਜਾਵੇ ਨਾ ਜਾਵੇ, ਪਰ ਜਿੱਥੇ ਕਥਾ ਹੁੰਦੀ ਉੱਥੇ ਤੇ ਬਹੁਤ ਜ਼ਿਆਦਾ ਬੈਠਾ ਹੁੰਦਾ, ਕਿਉਂਕਿ ਉਹਦੀ ਤੇ ਗੇਮ ਹੈ, ਕਿਉਂਕਿ ਖੇਲ ਹੀ ਉਹਦਾ ਵਾ। ਹੁਣ ਪਰਮਾਤਮਾ ਵੀ ਚਾਹੁੰਦਾ ਵਾ ਕਿ ਧਰਤੀ ਤੋਂ ਸੱਚਾਈ ਨਾ ਖਤਮ ਹੋਵੇ, ਕਿਉਂਕਿ ਸੱਚਾਈ ਖਤਮ ਹੋ ਗਈ ਤੇ ਪਰਮਾਤਮਾ ਦਾ ਵੀ ਕੋਈ ਹੋਂਦ ਨਹੀਂ ਰਹਿ ਜਾਣੀ।
ਠੀਕ ਹੈ ਨਿੱਜਰ ਸਾਹਿਬ? ਬਿਲਕੁਲ ਠੀਕ, ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਫਿਰ ਗੇਮ ਦਾ ਕੋਈ ਮਜ਼ਾ ਨਹੀਂ ਰਹਿ ਜਾਣਾ ਨਾ ਗੇਮ। ਹਾਂ, ਜੇ ਉਹ ਸਪੋਰਟ ਹੀ ਨਾ ਕਰੇ, ਜੇ ਸਪੋਰਟ ਹੀ ਨਾ ਕਰੇ ਤੇ ਹੁਣ ਮੇਰੀ ਹੁਣ ਪਿੰਡ ਦੀ ਟੀਮ ਆ, ਜੇ ਸਾਡੀ ਟੀਮ ਹੈ ਪਿੰਡ ਦੀ, ਨਹੀਂ ਸਪੋਰਟ ਹੀ ਨਾ ਕਰਾਂਗੇ ਤੇ ਉਹਨਾਂ ਦਾ ਹੌਸਲਾ ਤੇ ਟੁੱਟ ਹੀ ਜਾਣਾ। ਬਿਲਕੁਲ। ਤੇ ਜਦੋਂ ਪਿੰਡ ਵਾਲੇ ਸਪੋਰਟ ਕਰਦੇ ਖਿਡਾਰੀਆਂ ਨੂੰ ਤੇ ਉਹ ਖਿਡਾਰੀ ਹੋਰ ਵਧੀਆ ਪ੍ਰਦਰਸ਼ਨ ਕਰਦੇ। ਉਸੇ ਤਰ੍ਹਾਂ ਪ੍ਰਮਾਤਮਾ ਕੀ ਕਰਦਾ, ਉਹ ਜਿਹੜੇ ਉਹਦੇ ਭਗਤ ਨੇ, ਜੋ ਵੀ ਉਹਦੀ ਭਗਤੀ ਕਰਦੇ ਆ, ਫਿਰ ਉਹਨਾਂ ਦੀ ਰੱਖਿਆ ਵੀ ਕਰਦਾ ਹੈ ਔਰ ਉਹਨਾਂ ਨੂੰ ਲਾਈਫ ਲਾਈਨ ਵੀ ਦਿੰਦਾ ਹੈ। ਉਹਨਾਂ ਦੇ ਔਗਣ ਜਿਹੜੇ ਹੁੰਦੇ ਉਹਨਾਂ ਨੂੰ ਮਾਫ ਵੀ ਕਰ ਦਿੰਦਾ ਹੈ, ਕਿਉਂਕਿ ਉਹ ਕੋਈ ਨਿਰਗੁਣ ਦੀ ਭਗਤੀ ਕਰਦੇ ਪਏ ਨੇ ਔਰ ਕੋਈ ਕਲਪਨਿਕ ਰੱਬ ਨਹੀਂ। ਇੱਕ ਤੇ ਲੋਕਾਂ ਨੇ ਕਲਪਨਾ ਦੇ ਨਾਲ ਰੱਬ ਬਣਾਏ ਨਾ, ਉਹ ਰੱਬ ਨਹੀਂ, ਅਸਲੀ ਰੱਬ ਦੀ ਮੈਂ ਗੱਲ ਕਰਦਾ, ਜਿਹੜਾ ਨਿਰਗੁਣ ਹੈ, ਜਿਹੜਾ ਰੂਪ ਰੰਗ ਤੇ ਰੇਖ ਤੋਂ ਪਰੇ ਹੈ, ਬ੍ਰਹਮ। ਕੋਈ ਇਨਸਾਨ ਨਹੀਂ ਹੈਗਾ, ਉਹ ਕਿ ਸ਼ਕਤੀ ਹੈ। ਔਰ ਜਿਹੜਾ ਬੰਦਾ ਉਸ ਸ਼ਕਤੀ ਦੇ ਕੋਲ ਜਾਂਦਾ ਹੈ, ਉਹਦੀ ਭਗਤੀ ਕਰਦਾ ਹੈ, ਉਹਦੀ ਉਹ ਸਪੋਰਟ ਕਰਦੀ ਹੈ, ਕਰਨੀ ਪੈਣੀ ਉਹਨੂੰ, ਕਿਉਂਕਿ ਉਹ ਜਦੋਂ ਆਪਾਂ ਉਹਦੇ ਦਰ ਤੇ ਜਾਂਦੇ ਆ, ਉਹ ਸਾਡੇ ਔਗਣ ਨਹੀਂ ਵੇਂਦਾ, ਉਹ ਵੇਂਦਾ ਕਿ ਇਹ ਬੰਦੇ ਦੀ ਇੱਛਾ ਆ ਗਈ ਹੈ। ਤੇ ਕੋਈ ਪਾਤਰਤਾ ਪਰਮਾਤਮਾ ਨੇ ਪੈਦਾ ਕਰਨੀ, ਸਾਡੇ ਚ ਨਹੀਂ, ਅਸੀਂ ਤਾਂ ਸ਼ੁੱਧ ਹੋ ਹੀ ਨਹੀਂ ਸਕਦੇ ਕਿਸ ਤਰੀਕੇ ਨਾਲ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਉਹ ਤਾਂ ਦੇਖਦਾ ਹੈ ਵੀ ਬਈ ਇਹਨੂੰ, ਇਹ ਮੇਰੇ ਵੱਲ ਨੂੰ ਹੱਥ ਚੱਕੇ ਆ ਇਹਨੇ, ਮੈਨੂੰ ਚਾਹੁੰਦਾ ਹੈ ਕਿ ਨਹੀਂ ਚਾਹੁੰਦਾ, ਬਸ ਇੱਥੇ ਹੀ ਹੈਗੀ ਗੱਲ, ਪਿਆਰ ਦੀ ਗੱਲ ਹੈ। ਹਾਂ, ਉਹ ਕਹਿੰਦਾ ਕਿ ਜਿਹੜਾ ਦੇਖੋ ਹੁਣ ਕਈ ਵਾਰੀ ਕਈ ਬੰਦੇ ਹੁੰਦੇ ਆ ਸਾਧਨਾ ਬੜੀ ਕਰਦੇ ਆ, ਔਰ ਹੁਣ ਮੰਨ ਲਓ ਖੂਹ ਦੇ ਵਿੱਚ, ਮੈਂ ਸੋਚਦਾ ਕਿ ਮਾਇਆ ਰੂਪੀ ਖੂਹ ਆ, ਔਰ ਖੂਹ ਦੇ ਵਿੱਚ ਜਦੋਂ ਆਪਾਂ ਸਵਿਮਿੰਗ ਕਰਦੇ ਹਾਂ, ਆਪਾਂ ਤੈਰਦੇ ਹਾਂ, ਉੱਪਰ ਨੂੰ ਆਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਸ ਖੂਹ ਦੇ ਵਿੱਚੋਂ ਬਾਹਰ ਨਿਕਲਣਾ, ਔਰ ਕੋਈ 20 ਫੁੱਟ ਤੇ ਜਾ ਕੇ ਉਹਦਾ ਹੌਸਲਾ ਟੁੱਟ ਜਾਂਦਾ, ਕੋਈ 30 ਫੁੱਟ ਤੇ ਹੌਸਲਾ ਟੁੱਟ ਜਾਂਦਾ, ਕੋਈ 70, ਕੋਈ 99 ਫੁੱਟ ਤੇ ਵੀ ਜਾ ਕੇ ਵਾਪਸ ਥੱਲੇ ਉਹਦਾ ਹੌਸਲਾ ਟੁੱਟ ਜੂ, ਥੱਲੇ ਜਾ ਕੇ ਪੈ ਜੂ। ਪਰ ਇਸੇ ਲਈ ਬਾਣੀ ਵਿੱਚ ਖਾਸ ਕਰਕੇ ਕਿਹਾ ਗਿਆ ਕਿ ਸੰਗਤ ਵਿੱਚ ਜਾਣਾ। ਕਾਰਨ ਇਹੋ ਹੀ ਆ ਕਿ ਤੂੰ ਇਹ ਨਾ ਵੀ 80 ਫੁੱਟ ਤੱਕ ਆ ਜਾ ਤੇ ਮੁੜ ਕੇ ਥੱਲੇ ਬਹਿ ਜੀ, ਕਿਉਂਕਿ ਨਿੱਜਰ ਸਾਹਿਬ ਕਿਨਾਰੇ ਤੇ ਨਹੀਂ ਨਾ ਬੰਦਾ ਪਹੁੰਚਦਾ, ਜੇ ਭਾਵੇਂ ਕਿਨਾਰਾ ਫੁੱਟ ਤੇ ਹੀ ਅੱਗੇ ਹੋਵੇ, ਜਦ ਤੱਕ ਆਪਾਂ ਹੱਥ ਮਾਰਨੇ ਛੱਡਦੇ ਤੇ ਹੌਲੀ ਹੌਲੀ ਫਿਰ ਕੀ ਹੋਣਾ ਵਾ, ਆਟੋਮੈਟਿਕਲੀ ਆਪਾਂ ਖੂਹ ਦੇ ਪਹਿਲੇ ਚ ਹੀ ਚੱਲ ਜਾਣਾ। ਇਸ ਲਈ ਬਾਣੀ ਦੇ ਵਿੱਚ ਬਾਰ-ਬਾਰ ਆਪਾਂ ਨੂੰ ਸੰਗਤ ਦੇ ਬਾਰੇ ਦੱਸਿਆ ਕਿ ਸੰਗਤ ਜ਼ਰੂਰ ਕਰਨੀ ਆ, ਉੱਥੇ ਉਸਤਤ ਕਰੋ ਪ੍ਰਮਾਤਮਾ ਦੀ, ਇੱਥੇ ਗੁਣ ਗਾਏ ਜਾਣ, ਉੱਥੇ ਜ਼ਰੂਰ ਜਾਣਾ, ਔਰ ਇਹ ਬੜਾ ਜ਼ਰੂਰੀ ਹੈ। ਹਾਂਜੀ ਨਿੱਜਰ ਸਾਹਿਬ, ਉੱਤੋਂ ਫਿਰ ਦੁਬਾਰਾ ਬੋਲ ਦਿਓ। ਕਰ ਦੇਖੇ, ਕਰ ਵੇਖੇ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਬਿਲਕੁਲ ਠੀਕ ਹੈ, ਉਹ ਕਰ ਦੇਖਦਾ, ਪਹਿਲਾਂ ਧਰਤੀ ਬਣਾਉਂਦਾ ਹੈ, ਜੀਵ ਬਣਾਉਂਦਾ ਹੈ, ਔਰ ਜੀਵ ਤੁਹਾਨੂੰ ਪਤਾ ਵਾ ਕਿ ਜੀਵ ਆਪਾਂ ਡਾਇਰੈਕਟ ਪਰਮਾਤਮਾ ਤੋਂ ਨਹੀਂ ਆਏ, ਆਪਾਂ ਦੂਰ ਹੈਗੇ ਆ ਪਰਮਾਤਮਾ ਤੋਂ। ਪ੍ਰਕਿਰਤੀ ਹੈ ਜਾਂ ਆਪਾਂ ਪ੍ਰਕਿਰਤੀ ਤੋਂ ਅੱਗੇ ਮੈਂ ਭਾਵ ਆ, ਔਰ ਮੈਂ ਭਾਵ ਤੋਂ ਅੱਗੇ ਹੈਗਾ ਮਨ। ਠੀਕ ਹੈ, ਮਨ, ਬੁੱਧੀ ਤੇ ਚਿੱਤ, ਆਪਾਂ ਕਾਫੀ ਦੂਰ ਆ। ਉਸ ਤੋਂ ਬਾਅਦ ਫਿਰ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ। ਹੁਣ ਜਦੋਂ ਆਪਾਂ ਸੁੱਤੇ ਉੱਠਦੇ ਆ ਨਾ, ਆਪਾਂ ਸੁੱਤੇ ਉੱਠਦੇ ਆ, ਉਦੋਂ ਮਨ ਨਹੀਂ ਉੱਠਦਾ, ਪਹਿਲਾਂ ਮੈਂ ਭਾਵ ਪ੍ਰਗਟ ਹੁੰਦਾ ਹੈ। ਆਪ ਦੇਖੋ ਨਾ, ਬੱਚੇ ਨੂੰ ਉਠਾ ਕੇ ਵੇਖੋਗੇ ਨਾ, ਬੱਚੇ ਨੂੰ 2-4 ਮਿੰਟ ਲੱਗਦੇ ਆ ਸੌਣ ਆਉਣ ਲਈ। ਪਹਿਲਾਂ ਮੈਂ ਭਾਵ ਆਊਗਾ, ਉਸ ਤੋਂ ਬਾਅਦ ਬੁੱਧੀ ਪ੍ਰਗਟ ਹੁੰਦੀ ਆ, ਉਸ ਤੋਂ ਬਾਅਦ ਮਨ ਪ੍ਰਗਟ ਹੁੰਦਾ। ਠੀਕ ਹੈ ਨਿੱਜਰ ਸਾਹਿਬ? ਹਾਂਜੀ ਹਾਂਜੀ, ਮੇਰੀ ਆ ਰਹੀ ਆਵਾਜ਼? ਆ ਰਹੀ। ਹਾਂ, ਮੇਰੀ ਗੱਲ ਸਮਝ ਕੇ ਲਾਸਟ ਵਾਲੀ ਗੱਲ ਜੋ ਮੈਂ ਕਹੀ ਹੈ? ਹਾਂਜੀ ਸੌਣ ਤੋਂ ਬਾਅਦ। ਹਾਂਜੀ ਹਾਂਜੀ, ਠੀਕ ਹੈ ਨਿੱਜਰ ਸਾਹਿਬ, ਅੱਗੇ ਬੋਲੋ। ਕਰ ਵੇਖੇ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਕਹਿੰਦੇ ਉਹ ਉਸ ਮਾਲਕ ਪਰਮਾਤਮਾ ਦੀ ਭਗਤੀ, ਮੇਰੀ ਨਮਸਕਾਰ ਉਸ ਮਾਲਕ ਪਰਮਾਤਮਾ ਨੂੰ ਹੈਗੀ। ਨਮਸਕਾਰ ਦਾ ਮਤਲਬ ਹੈ ਭਾਈ ਵੀ ਮੈਂ ਤਾਂ ਉਸ ਮਾਲਕ ਦਾ ਧਿਆਨ ਕਰਦਾ ਹਾਂ, ਉਹਦਾ ਸਿਮਰਨ ਕਰਦਾ ਹਾਂ, ਉਹਨੂੰ ਯਾਦ ਕਰਦਾ ਹਾਂ, ਜਿਹੜਾ ਆਦ ਤੋਂ ਹੈਗਾ। ਸ੍ਰਿਸ਼ਟੀ ਦੇ ਜਦ ਦੀ ਸ੍ਰਿਸ਼ਟੀ ਬਣੀ ਆ ਉਦੋਂ ਤੋਂ ਹੈਗਾ, ਆਦ ਸ੍ਰਿਸ਼ਟੀ ਦੇ ਆਦ ਤੋਂ ਹੈਗਾ ਔਰ ਪਵਿੱਤਰ ਹੈਗਾ, ਔਰ ਸ੍ਰਿਸ਼ਟੀ ਤੋਂ ਪਹਿਲਾਂ ਵੀ ਸੀਗਾ। ਅਨਾਹਤ, ਜਿਹੜਾ ਆਹਤ ਨਹੀਂ ਹੁੰਦਾ, ਜਿਹੜਾ ਅਵਿਨਾਸ਼ੀ ਹੈਗਾ, ਔਰ ਜੁਗਾਂ ਜੁਗਾਂ ਤੋਂ ਜਿਹੜਾ ਮਾਲਕ ਪਰਮਾਤਮਾ ਇੱਕੋ ਜਿਹਾ ਹੈਗਾ, ਉਹ ਸੱਚ ਹੈਗਾ। ਹਾਂਜੀ ਵੀਰ, ਹਾਂਜੀ ਠੀਕ ਹੈ ਜੀ। ਇੱਥੇ ਗੁਰੂ ਜੀ ਆਪਾਂ ਨੂੰ ਇਹ ਸਮਝਾ ਰਹੇ ਨੇ ਕਿ ਮੈਂ ਉਹਦੀ ਭਗਤੀ ਕਰਦਾ ਹਾਂ ਜਿੰਨੇ ਇੱਕੋ ਵਾਰੀ ਸਾਰੇ ਪਦਾਰਥ ਪਾਤੇ ਨੇ, ਜਿਹੜਾ ਕਰ ਵੇਖੇ ਸਿਰਜਣਹਾਰ, ਜਿਹੜਾ ਸਿਰਜਣਹਾਰ ਆ, ਜਿਹੜਾ ਇਹ ਸਾਰੇ ਬ੍ਰਹਿਮੰਡ ਨੂੰ ਬਣਾਉਣ ਵਾਲੀ ਸ਼ਕਤੀ, ਮੈਂ ਉਹਦੀ ਭਗਤੀ ਕਰਦਾ ਹਾਂ। ਉਸ ਸ਼ਕਤੀ ਦੀ ਮੈਂ ਆਰਾਧਨਾ ਕਰਦਾ ਹਾਂ, ਉਹਦੀ ਬੰਦਗੀ ਕਰਦਾ ਹਾਂ। ਠੀਕ ਹੈ ਨਿੱਜਰ ਸਾਹਿਬ?
ਅੱਗੇ ਹੁਣ ਜਿਹੜਾ ਹੈਗਾ ਅਗਲਾ ਅੰਕ ਆ ਗਿਆ, ਇੱਕ ਦੂ ਜੀਭੋ ਲੱਖ ਹੋਏ, ਲੱਖ ਹੋਵੇਂ ਲੱਖ 20। ਇਹ ਮੇਰੇ ਮਾਲਕਾ, ਇੱਕ ਤੋਂ ਜੀਵ ਜਿਹੜੀ ਹੈ ਮੇਰੀ ਲੱਖ ਹੋ ਜਾਏ, ਲੱਖਾਂ ਹੋ ਜਾਣ, ਲੱਖਾਂ ਤੋਂ 20 ਲੱਖ ਹੋ ਜਾਣ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਕਹਿੰਦੇ ਲੱਖਾਂ ਹੀ ਗੇੜੇ ਦੇਵਾਂ, ਇੱਕ ਪਰਮੇਸ਼ਰ ਦੇ ਨਾਮ ਦੇ ਗੇੜੇ ਦੇਈ ਜਾਵਾਂ। ਹਰੇਕ ਜੀਵ ਜਿਹੜੀ ਹੈ ਪਰਮੇਸ਼ਰ ਦੇ ਨਾਮ ਦੇ ਗੇੜੇ ਦੇਣ ਲੱਗ ਜਾਏ। ਇਹ ਤਰਾਹੇ ਪੱਥ ਪੌੜੀਆਂ ਚੜੀਏ ਹੋਏ 21। ਕਹਿੰਦੇ ਇਸੇ ਰਸਤੇ ਤੇ ਪੱਤ ਹੈਗੀ ਭਾਈ, ਆਹੀ ਰਸਤਾ ਹੈਗਾ, ਇਹ ਧਿਆਨ ਸਿਮਰਨ ਵਾਲਾ ਹੀ ਰਸਤਾ ਹੈਗਾ। ਇੱਕ ਦੋ ਜੀਵੋ ਲੱਖ ਹੋਏ, ਇਹ ਜੀਵ ਜਿਹੜੀ ਹੈ ਬਾਹਰਲੀ ਜੀਵ ਜਿਹੜੀ ਹੈ ਮਨ ਦੀ ਜੀਵ ਦੀ ਹੈ। ਮਨ ਕਰਕੇ ਆਪਾਂ ਨੇ ਭਗਤੀ ਕਰਨੀ ਆ। ਮਨ ਦੀ ਜੀਵ ਹੈਗੀ ਸੁਰਤ। ਇੱਕ ਦੋ ਜੀਵੋ ਲੱਖ ਹੋਏ, ਲੱਖ ਹੋਵੇਂ ਲੱਖ 20, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਇਹ ਤਰਾਹੇ ਪੱਤ ਪੌੜੀਆਂ ਚੜੀਏ ਹੋਏ 21। ਕਹਿੰਦੇ ਫਿਰ ਤੂੰ ਇੱਕ ਮਿਕ ਹੋ ਜਾਏਗਾ। 21 ਦਾ ਮਤਲਬ 21 ਨਹੀਂ, 21 ਦਾ ਮਤਲਬ ਇੱਕ ਮਿਕ ਹੋ ਜਾਏਗਾ ਉਸ ਮਾਲਕ ਪਰਮਾਤਮਾ ਦੇ ਨਾਲ। ਬੂੰਦ ਸਮੁੰਦਰ ਦੇ ਵਿੱਚ ਹੋ ਜਾਏਗੀ। ਕਹਿੰਦੇ ਪਰ ਇਹ ਹੈ ਭਾਈ ਪੌੜੀਆਂ ਹੈਗੀ, ਪੌੜਾ ਉੱਪਰ ਨੂੰ ਚੜ੍ਹਨਾ ਪੈਣਾ ਹੈ ਭਾਈ, ਉਤਾਰ ਨਹੀਂ ਹੈਗਾ, ਇਹ ਚੜਾਈ ਹੈਗੀ ਆ, ਔਖਾ ਕੰਮ ਹੈਗਾ ਇਹ। ਪਰ ਇਸ ਰਸਤੇ ਤੇ ਇੱਜ਼ਤ ਆ, ਆਹੀ ਰਸਤਾ ਹੈਗਾ, ਹੋਰ ਕੋਈ ਰਸਤਾ ਹੀ ਨਹੀਂ ਹੈਗਾ। ਇਹ ਤਰਾਹੇ ਪੱਤ ਪੌੜੀਆਂ ਚੜੀਏ ਹੋਏ 21। ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ। ਇੱਕ ਗੱਲ ਹੋਰ ਯਾਦ ਰੱਖਣੀ ਭਾਈ, ਇਹ ਆਕਾਸ਼ ਦੀਆਂ ਗੱਲਾਂ ਆ, ਅੰਮ੍ਰਿਤ ਦੀ ਗੱਲ ਹੈਗੀ ਆ। ਮਾਲਕ ਪਰਮਾਤਮਾ ਦੇ ਨਾਲ ਇੱਕ ਮਿਕ ਹੋਣ ਵਾਲੀ ਸਭ ਤੋਂ ਜਿਹੜੀ ਹੈਗੀ ਆ ਔਖੀ ਔਰ ਸਭ ਤੋਂ ਕੀਮਤੀ, ਸਭ ਤੋਂ ਜਿਹੜੀ ਹੈਗੀ ਆ ਕੀਮਤੀ ਜਿਹੜੀ ਹੈਗੀ ਆ ਕਾਰਵਾਈ ਕੰਮ, ਸਭ ਤੋਂ ਕੀਮਤੀ ਕੰਮ ਹੈਗਾ। ਸਭ ਤੋਂ ਸਿਖਰਲੀ ਚੀਜ਼ ਦੇ ਉੱਤੇ, ਸਭ ਤੋਂ ਸਿਖਰ ਤੇ ਚੜ੍ਹਨਾ ਚਾਹੁੰਦਾ ਹੈ ਤੂੰ, ਤੇ ਆਕਾਸ਼ ਦੀਆਂ ਗੱਲਾਂ ਆ, ਔਖੀਆਂ ਗੱਲਾਂ ਹੈਗੀਆਂ। ਜਿਵੇਂ ਕੋਈ ਕੀੜੀ ਜਿਹੜੀ ਹੈਗੀ, ਕੀਟ ਜਿਹੜਾ ਹੈਗਾ ਉਹਨੂੰ ਰੀਸ ਆ ਜਾਏ ਵੀ ਮੈਂ ਆਕਾਸ਼ ਤੇ ਚੜ੍ਹਨਾ ਆ। ਕਹਿੰਦੇ ਇਹੀ ਜੀ ਗੱਲ ਆ ਪਿਆਰਿਆ, ਕੀੜਿਆਂ ਵਾਂਗੂ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਨਿਮਰਤਾ ਦੇ ਵਿੱਚ ਰੱਖੀ, ਜਿਹੜਾ ਜ਼ਮੀਨ ਤੇ ਰੱਖੀ, ਹਉਮੈ ਤੋਂ ਆਪਣੇ ਆਪ ਨੂੰ ਥੱਲੇ ਰੱਖੀ, ਆਪਣੀ ਹਉਮੈ ਨੂੰ ਵਰਕਆਊਟ ਕਰੀ ਜਿਹੜਾ ਹੈਗਾ। ਕਿਉਂਕਿ ਨਹੀਂ ਤਾਂ ਜਿਹੜਾ ਹੈਗਾ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ। ਉਹ ਮਾਲਕ ਪਰਮਾਤਮਾ ਦੀ ਕਿਰਪਾ ਦੇ ਨਾਲ, ਮਿਹਰ ਦੇ ਨਾਲ ਜਿਹੜਾ ਹੈਗਾ ਇਹ ਬੂੰਦ ਸਾਗਰ 'ਚ ਜਾਏਗੀ। ਮਾਲਕ ਨੇ ਮਿਹਰ ਕਰਨੀ ਆ ਤੇ ਤੈਨੂੰ ਮਾਲਕ ਨੇ ਦਾਤ ਦੇਣੀ ਆ ਨਾਮ ਦੀ, ਮਾਲਕ ਨੇ ਮਿਲਾਉਣਾ ਹੈ ਆਪਣੇ ਨਾਲ। ਨਹੀਂ ਤਾਂ ਜੇ ਤੂੰ ਕਹੇਗਾ ਮੈਂ ਭਗਤੀ ਕਰਕੇ ਮੈਂ ਜਿਹੜਾ ਹੈਗਾ ਇਹਦੇ ਨਾਲ ਧਿਆਨ ਸਿਮਰਨ ਨਾਲ ਮਿਲ ਗਿਆ ਮਾਲਕ ਪਰਮਾਤਮਾ ਦੇ ਨਾਲ, ਕਹਿੰਦੇ ਫਿਰ ਤੱਕ ਕੂੜੇ ਦੀ ਕੂੜੀ ਠੀਸ ਹੈਗੀ ਭਾਈ। ਇਹ ਫੋਕੀ ਜਿਹੜੀ ਹੈਗੀ ਤੇਰੀ, ਫੋਕੀ ਜਿਹੜੀ ਹੈਗੀ ਬੜਕਾਂ ਹੀ ਆ। ਤੇ ਜੋ ਕੁਝ ਵੀ ਹੋਣਾ ਹੈ ਮਾਲਕ ਪਰਮਾਤਮਾ ਦੀ ਮਿਹਰ ਦੇ ਨਾਲ ਹੋਣਾ ਹੈ। ਤੇ ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ ਜਿਹੜੀਆਂ ਹੈਗੀਆਂ। ਇੱਕ ਜਗ੍ਹਾ ਕਬੀਰ ਜੀ ਕਹਿੰਦੇ ਆ, ਕਬੀਰ ਹਰ ਹੈ ਖਾਂਡ ਰੇਤ में बिखरी, हस्ती चुनी न जाए, कहो कबीर गुरे पली बुझाई, कीटी होए के खाए। ਕਹਿੰਦੇ ਮੇਰੇ ਗੁਰੂ ਨੇ ਦੱਸ ਦਿੱਤਾ ਪਾਈ ਵੀ ਹਾਥੀ ਬਣਿਆ ਰਹੇਗਾ ਆਕਾਸ਼ ਦੀਆਂ ਗੱਲਾਂ ਦੇ ਵਾਸਤੇ। ਜੇ ਤੂੰ ਆਪਣੇ ਆਪ ਨੂੰ ਜਿਹੜਾ ਹੈਗਾ ਪੂਰਾ ਦਾ ਪੂਰਾ ਹਉਮੈ ਨਾਲ ਭਰ ਲਏਗਾ ਤੇ ਤੂੰ ਇਹ ਖੰਡ ਨਹੀਂ ਚੁਣ ਸਕਦਾ ਭਾਈ। ਇਹ ਤਾਂ ਖੰਡ ਜਿਹੜੀ ਹੈਗੀ ਰੇਤ ਦੇ ਵਿੱਚ ਵਿਖਰੀ ਹੋਈ ਆ, ਇਹਨੂੰ ਕੀੜੀ ਬਣ ਕੇ ਖਾਣਾ ਪੈਣਾ ਆ। ਤੇ ਇਸ ਕਰਕੇ ਕੀਟਾਂ ਵਰਗੀ ਰੀਸ ਰੱਖੀ ਭਾਈ, ਕੀੜਿਆਂ ਵਰਗੀ ਜਿਹੜੀ ਹੈਗੀ ਗਰੀਬੀ ਨਿਮਰਤਾ ਦੇ ਵਿੱਚ ਰਹੀ, ਔਰ ਤਾਂ ਜਿਹੜਾ ਹੈਗਾ ਇਹ ਰਸਤੇ ਤੇ ਪੌੜਾ ਚੜ ਸਕਦਾ ਹੈ। ਇੱਕ ਦੂ ਜੀਵੋ ਲੱਖ ਹੋਏ, ਲੱਖ ਹੋਵੇਂ ਲੱਖ 20, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਹਾਂਜੀ ਵੀਰ ਜੀ। ਹਾਂਜੀ ਗੁਰਕੀ ਸਾਹਿਬ। ਹਾਂਜੀ ਨਿਜਰ ਸਾਹਿਬ। ਹਾਂਜੀ ਉੱਤੋਂ ਕੋ ਬੋਲ ਦੋ ਦੁਬਾਰਾ। ਇੱਕ ਦੂ ਜੀਭੋ ਲੱਖ ਹੋਏ, ਲੱਖ ਹੋਵੇਂ ਲੱਖ 20, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਇਹ ਮਹਾਰਾਜ ਕਹਿੰਦੇ ਇੱਕ ਤੋਂ ਜੀਵ ਜਿਹੜੀ ਆ ਜੇ ਲੱਖਾਂ ਹੋ ਜਾਣ ਤੇ ਲੱਖਾਂ ਤੋਂ 20 ਲੱਖ ਹੋ ਜਾਣ ਤੇ ਕੀ ਕਰਨਾ ਹੈ ਮੈਂ ਉਹ ਜੀਵਾਂ ਦੇ ਨਾਲ
ਦੁਨੀਆ ਦੇ ਪਦਾਰਥ ਮਾਣਨੇ ਆ, ਸਵਾਦ ਲੈਣੇ ਆ। ਮੈਂ ਕਹਿੰਦੇ ਨਹੀਂ, ਮੈਂ ਤਾਂ ਪਰਮੇਸ਼ਰ ਦੇ ਨਾਮ ਦਾ ਗੇੜਾ ਦੇਣਾ ਹੈ ਭਾਈ, ਲੱਖ ਲੱਖ ਗੇੜਾ ਦੇਣਾ ਇੱਕ ਇੱਕ ਜੀਵ ਤੋਂ, ਉਸ ਜਗਦੀਸ਼ ਦਾ, ਉਸ ਮਾਲਕ ਪਰਮਾਤਮਾ ਦਾ, ਜਗਤ ਦੇ ਈਸ਼ ਦਾ, ਪਰਮਾਤਮਾ ਦਾ ਨਾਮ ਲੈਣਾ ਹੈ ਭਾਈ, ਧਿਆਨ ਸਿਮਰਨ ਕਰਨਾ ਹੈ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਬਾਣੀ ਦੇ ਵਿੱਚ ਗੁਰੂ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਜੇ ਮੇਰੀਆਂ ਜੀਭਾਂ ਇੰਨੀਆਂ ਜ਼ਿਆਦੀਆਂ ਵੱਧ ਜਾਣ ਤੇ ਫਿਰ ਵੀ ਮੈਂ ਉਹਨਾਂ ਜੀਭਾਂ ਦੇ ਨਾਲ ਪ੍ਰਮਾਤਮਾ ਦੀ ਬੰਦਗੀ ਹੀ ਕਰਾਂਗਾ। ਹਾਂ, ਉਹ ਮਤਲਬ ਉਹ ਜਿੰਨਾ ਵੀ ਮੇਰੀ ਸ਼ਕਤੀ ਹੈ, ਉਸ ਸ਼ਕਤੀ ਨੂੰ ਮੈਂ ਉਸ ਦਿਸ਼ਾ ਦੇ ਵੱਲ ਹੀ ਲੈ ਕੇ ਜਾਵਾਂਗਾ, ਮੈਂ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਰੱਖਾਂਗਾ। ਕਿਉਂਕਿ ਹੁਣ ਸਧਾਰਨ ਤੌਰ ਤੇ ਬੰਦਾ ਕੀ ਕਰਦਾ ਹੈ, ਬੰਦਾ ਰੱਬ ਵੱਲ ਜਾਂਦਾ ਤਾਂ ਹੈ ਵਾ, ਪਰ ਅਸਲ ਦੇ ਵਿੱਚ ਸਮਰਪਣ ਦੇ ਤੌਰ ਤੇ ਨਹੀਂ ਜਾਂਦਾ। ਔਰ ਜਿੰਨਾ ਚਿਰ ਤੱਕ ਬਾਣੀ ਕਹਿੰਦੀ ਆ ਆਪਾਂ ਸਮਰਪਣ ਨਹੀਂ ਨਾ ਕਰਦੇ, ਉਹਨਾਂ ਚਿਰ ਤੱਕ ਗੱਲ ਨਹੀਂ ਬਣਦੀ। ਕਿਉਂਕਿ ਜਿੰਨਾ ਚਿਰ ਹਾਮੇ ਆ ਨਾ ਤੇ ਫਿਰ ਤੁਮ ਨਹੀਂ ਹੈਗਾ। ਔਰ ਇਹ ਖੇਡ ਜਿਹੜੀ ਹੈ ਨਾ, ਦੇਖੋ ਆਪਾਂ ਜਿੰਨੀ ਵੀ ਸਾਧਨਾ ਕਰਦੇ ਪਏ ਆ, ਇਹਦੇ ਵਿੱਚ ਆਪਾਂ ਇੱਕੋ ਚੀਜ਼ ਕਰ ਰਹੇ ਹਾਂ, ਉਹ ਤੁਹਾਨੂੰ ਸ਼ਾਇਦ ਪਤਾ ਹੋਣਾ ਚਾਹੀਦਾ। ਅਸੀਂ ਕੇਵਲ ਆਪਣੇ ਆਪ ਨੂੰ ਸਮਰਪਣ ਕਰਨ ਦੇ ਲਈ ਹੀ ਤਿਆਰ ਕਰ ਰਹੇ ਹਾਂ ਹੁਕਮ ਦੇ ਵਿੱਚ। ਔਰ ਜਿੰਨਾ ਚਿਰ ਤੱਕ ਅਸੀਂ ਸਮਰਪਣ ਨਹੀਂ ਨਾ ਕਰਦੇ, ਉਹਨਾਂ ਚਿਰ ਤੱਕ ਖੇਡ ਨਹੀਂ ਬਣਨੀ। ਇਹ ਸਾਰੀ ਜਿਹੜੀ ਖੇਡ ਹੈਗੀ ਹੈ ਸਮਰਪਣ ਦੀ ਆ। ਔਰ ਜਿੰਨੀ ਵੀ ਸਾਧਨਾ ਹੈ, ਜੋ ਵੀ ਆਪਾਂ ਧਿਆਨ ਸਿਮਰਨ ਕਰ ਰਹੇ ਹਾਂ, ਇਹ ਕੇਵਲ ਇੱਕ ਤਿਆਰੀ ਹੈ ਕਿ ਆਪਾਂ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਸਮਰਪਣ ਕਰ ਦਈਏ। ਜਿੱਦਾਂ ਕੋਈ ਚੀਜ਼ ਨਹੀਂ, ਕਿਸੇ ਦੇ ਫੁੱਲ ਨਹੀਂ ਚਾੜ ਦਈਦੇ ਮੰਦਿਰ ਦੇ ਵਿੱਚ ਜਾ ਕੇ, ਗੁਰਦੁਆਰੇ 'ਚ ਜਾ ਕੇ ਕਿ ਅਰਪਣ ਕਰ ਦਈਦੇ, ਉਸੇ ਹੀ ਤਰ੍ਹਾਂ ਜਿੰਨਾ ਚਿਰ ਤੱਕ ਅਸੀਂ ਆਪਣੇ ਆਪ ਨੂੰ ਉਹ ਪ੍ਰਮਾਤਮਾ ਦੇ ਚਰਨਾਂ 'ਚ ਅਰਪਣ ਨਹੀਂ ਨਾ ਕਰਦੇ, ਉਹਨਾਂ ਚਿਰ ਤੱਕ ਖੇਡ ਨਹੀਂ ਬਣਦੀ। ਕਿਉਂਕਿ ਇਹ ਜਿਹੜੀ ਜੋ ਵੀ ਜੀਵਨ ਹੈਗਾ ਨਾ, ਇਹ ਖੇਡ ਜਿਹੜੀ ਹੈ ਪ੍ਰਮਾਤਮਾ ਦੀ ਹੈ, ਕਿਉਂਕਿ ਉਹ ਖੁਦ ਤੇ ਰਚੀ ਹੈ। ਔਰ ਜੇ ਅਸੀਂ ਖੁਦ ਆਪਣੇ ਗੁਣਾਂ ਦੇ ਬੇਸ ਤੇ ਚੱਲਦੇ ਹਾਂ, ਤੇ ਫਿਰ ਖੇਡ ਬੜੀ ਔਖੀ ਆ। ਫਿਰ ਇਹ ਜਿੰਨਾ ਸਵਾਲ ਹੈ ਨਾ, ਜਿੱਦਾਂ ਇਹ ਗੁੰਝਲਦਾਰ ਗੰਢ ਹੈ, ਇਹਨੂੰ ਖੋਲਣਾ ਓਨਾ ਹੀ ਔਖਾ ਹੋ ਜਾਊਗਾ। ਇੱਕ ਹੋਰ ਤਰੀਕਾ ਆਪਸ਼ਨ ਹੈਗਾ, ਬਾਣੀ ਕੀ ਕਹਿੰਦੀ ਹੈ ਕਿ ਤੁਸੀਂ ਪ੍ਰਮਾਤਮਾ ਦੀ ਜਿਹੜੀ ਪ੍ਰਮਾਤਮਾ ਰੂਪੀ ਸ਼ਕਤੀ ਆ, ਉਹਦੇ ਚਰਨਾਂ 'ਚ ਆਪਣੀ ਸੁਰਤੀ ਇਕਾਗਰ ਕਰਕੇ ਬਹਿ ਜਾਓ। ਬਸ ਉਹਦੇ ਚਰਨਾਂ 'ਚ ਬਹਿ ਜਾਓ, ਤੇ ਫਿਰ ਕੀ ਹੋਊਗਾ ਕਿ ਤੁਹਾਨੂੰ ਕੁਛ ਵੀ ਨਹੀਂ ਕਰਨ ਦੀ ਲੋੜ, ਉਹ ਸਾਰਾ ਕਾਰਜ ਕੁਦਰਤ ਆਪਣੇ ਆਪ ਹੀ ਕਰ ਲਓ। ਠੀਕ ਹੈ ਨਿਜਰ ਸਾਹਿਬ? ਹਾਂਜੀ ਵੀਰ ਜੀ। ਹਾਂ, ਏਤ ਰਾਹੇ ਪਤ ਪਵੜੀਆਂ, ਏਤ ਰਾਹੇ ਪਤ ਪਵੜੀਆਂ ਚੜੀਏ ਹੋਏ ਕੀਸ। ਕਹਿੰਦੇ ਇਸੇ ਰਸਤੇ ਤੇ ਪਾਈ ਇਹ ਪਰਮੇਸ਼ਰ ਦੀ ਬੰਦਗੀ ਕਰਨ ਦੇ, ਉਹਦੇ ਚਰਨਾਂ 'ਚ ਆਪਣਾ ਜਿਹੜਾ ਹੈਗਾ ਸੁਰਤ ਟਿਕਾਉਣ ਦੇ ਨਾਲ, ਇਸੇ ਰਸਤੇ ਤੇ ਇੱਜ਼ਤ ਹੈਗੀ। ਇਹੀ ਰਸਤਾ ਹੈਗਾ। ਏਤ ਰਾਹੇ ਪਤ ਪਵੜੀਆਂ ਚੜੀਏ, ਇਹ ਪੌਡਾ ਚੜ੍ਹਨਾ ਪਊਗਾ, ਉੱਪਰ ਨੂੰ ਚੜ੍ਹਨਾ ਪਊਗਾ, ਮਿਹਨਤ ਕਰਨੀ ਪਊਗੀ। ਤੇ ਹੋਏ 21 ਤਾਂ ਜਿਹੜਾ ਹੈਗਾ ਤੂੰ ਉਹਦੇ ਮਾਲਕ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਏਗਾ। ਤੇਰੀ ਸੁਰਤ ਜਿਹੜੀ ਹੈ ਆਤਮਾ ਦੇ ਵਿੱਚ ਜਾ ਕੇ ਟਿਕ ਜਾਏਗੀ। ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ। ਇਹ ਜਿਹੜੀਆਂ ਹੈਗੀਆਂ ਆਕਾਸ਼ ਦੀਆਂ ਗੱਲਾਂ ਆ। ਔਖੀ ਕਾਰਵਾਈ ਹੈ, ਉੱਪਰ ਨੂੰ ਚੜ੍ਹਨਾ ਹੈ। ਬਿਲਕੁਲ ਠੀਕ ਹੈ ਜੀ। ਹਾਂ, ਔਖਾ ਕੰਮ ਹੈਗਾ। ਤੇ ਇਸੇ ਤਰ੍ਹਾਂ ਕਹਿੰਦੇ ਆ ਕਿ ਹਾਂਜੀ ਵੀਰ, ਹਾਂਜੀ 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 ਠੀਕ ਹੈ, ਬੋਲ ਦੋ ਤੁਸੀਂ, ਸਭ ਬੋਲ ਦੋ ਲਾਸਟ। ਹਾਂਜੀ ਵਿੱਚ ਬੋਲ ਗਏ। ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ। ਕਹਿੰਦੇ ਜਿਹੜੀਆਂ ਹੈ ਆਕਾਸ਼ ਦੀਆਂ ਗੱਲਾਂ ਹੈਗੀਆਂ, ਤੇ ਤੂੰ ਜਿਹੜਾ ਹੈਗਾ ਕੀੜੇ ਵਾਂਗੂ ਰਹੇਗਾ। ਤੇ ਕੀੜੇ ਵਾਂਗੂ ਰਹੇਗਾ ਤੇ ਤਾਂ ਇਸ ਚੀਜ਼ ਨੂੰ ਜਿਹੜਾ ਹੈਗਾ, ਇਹ ਖੰਡ ਨੂੰ ਖਾ ਲੇਗਾ। ਤੇ ਜੇ ਤੂੰ ਜਿਹੜਾ ਹੈਗਾ ਹਉਮੈ ਦੇ ਵਿੱਚ ਜਾਏਗਾ, ਤੇ ਤਾਂ ਤੂੰ ਜਿਹੜਾ ਹੈਗਾ ਇਹ ਕੰਮ ਨਹੀਂ ਕਰ ਸਕਦਾ ਭਾਈ। ਤਾਂ ਤੂੰ ਜਿਹੜਾ ਹੈਗਾ ਇਸ ਪੌੜੀਆਂ ਤੇ ਨਹੀਂ ਚੜ ਸਕਦਾ। ਆਹ ਗੱਲ ਚੇਤੇ ਰੱਖ ਲਈ ਬਈ ਨਿਮਰਤਾ ਜਿਹੜੀ ਹੈਗੀ ਜ਼ਰੂਰ। ਕੀੜੀ ਦੀ ਰੀਸ ਕਰੀ, ਬਸ ਹਾਥੀ ਦੀ ਰੀਸ ਨਾ ਕਰੀ। ਹਾਂਜੀ ਵੀਰ, ਠੀਕ ਹੈ ਜੀ। ਬਾਣੀ ਆਪਾਂ ਨੂੰ ਸਮਝਾ ਰਹੀ ਕਿ ਕੀੜੀ ਵਾਂਗੂ ਲਗਾਤਾਰ ਤੇ ਇਹਨੂੰ ਚੱਲਣਾ ਪੈਣਾ। ਹਾਂ, ਤੁਸੀਂ ਦੇਖੋ ਨਾ, ਜਿਹੜੀ ਕੀੜੀ ਹੈ ਉਹ 'ਚ ਹੌਸਲਾ ਬਹੁਤ ਵੱਡਾ ਹੈ, ਇਹੀ ਹੈ, ਪਰ ਉਹਦਾ ਹੌਸਲਾ ਦੇਖੋ ਤਾਂ ਚੱਲਦੀਆਂ ਨੇ, ਤਾਂ ਲਗਾਤਾਰ ਆਪਣੇ ਕੰਮ 'ਚ ਰੁੱਝੀਆਂ ਰਹਿੰਦੀਆਂ ਨੇ। ਔਰ ਬਹੁਤ ਜੇ ਵਧੀਆ ਉਹਨਾਂ ਤੋਂ ਸਿੱਖਿਆ ਲੈਣੀ ਹੈ, ਉਹਨਾਂ 'ਚ ਇੱਕ ਖੂਬੀ ਹੈ, ਉਹ ਜਦੋਂ ਕੰਮ ਦੇ ਪਿੱਛੇ ਪੈ ਜਾਂਦੀਆਂ ਫਿਰ ਪਿੱਛੇ ਨਹੀਂ ਹਟਦੀਆਂ, ਦਿਨ ਰਾਤ ਲਾ ਦਿੰਦੀਆਂ ਨੇ। ਉਹਨਾਂ ਨੂੰ ਪਤਾ ਲੱਗ ਜਾਏ ਨਾ ਕਿ ਇੱਥੇ ਭੋਜਨ ਪਿਆ ਹੋਇਆ,
ਤੇ ਉਹ ਕੀ ਕਰਦੀਆਂ ਸਾਰੀਆਂ, ਉਹ ਆਪ ਵੀ ਖਾਂਦੀਆਂ ਤੇ ਦੂਜੀਆਂ ਨੂੰ ਵੀ ਸੱਦ ਲਿਆਉਂਦੀਆਂ, ਬਿਲਕੁਲ ਕਮਿਊਨੀਕੇਸ਼ਨ ਕਰਦੀਆਂ ਨੇ। ਤੁਸੀਂ ਦੇਖੋਗੇ ਨਾ ਕੀੜੀਆਂ ਆਉਂਦੀਆਂ ਜਾਂਦੀਆਂ ਇੱਕ ਦੂਜੇ ਨਾਲ ਪਤਾ ਨਹੀਂ ਕੀ ਗੱਲਾਂ ਕਰਦੀਆਂ, ਪਰ ਨੇਜਰ ਸਾਹਿਬ ਗੱਲਾਂ ਕਰਦੀਆਂ ਉਹ ਬਿਲਕੁਲ। ਹੋ ਸਕਦਾ ਕਿ ਸਾਡੇ ਵਾਂਗੂ ਭਾਸ਼ਾ ਨਾ ਹੋਵੇ, ਉਹਨਾਂ ਦੀ ਕੁਝ ਹੋਰ ਭਾਸ਼ਾ ਹੋਵੇ, ਕਮਿਊਨੀਕੇਸ਼ਨ ਕਰਦੀਆਂ, ਬਿਲਕੁਲ ਕਰਦੀਆਂ ਜੀ। ਔਰ ਇਹ ਰਸਤਾ ਜਿਹੜਾ ਹੈਗਾ ਇੱਥੇ ਆਪਾਂ ਨੂੰ ਕੀੜੀ ਦੀ ਚਾਲ ਹੀ ਚੱਲਣਾ ਚਾਹੀਦਾ। ਔਰ ਜਦੋਂ ਅਸੀਂ ਕੀੜੀ ਦੀ ਚਾਲ ਚੱਲਦੇ ਹਾਂ ਔਰ ਪ੍ਰਮਾਤਮਾ ਨੂੰ ਪਤਾ ਲੱਗ ਜਾਂਦਾ ਹੈ ਕਿ ਬੰਦਾ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ, ਫਿਰ ਪ੍ਰਮਾਤਮਾ ਕੀ ਕਰਦਾ, ਸਾਡੀ ਮਦਦ ਕਰਨ ਦੇ ਲਈ ਕੋਈ ਨਾ ਕੋਈ ਸਾਧਨ ਬਣਾ ਦਿੰਦਾ, ਖੁਦ ਉਹ ਬਣਾਉਂਦਾ ਹੈ, ਕਿਉਂਕਿ ਉਹਨੂੰ ਬਣਾਉਣਾ ਹੀ ਪੈਣਾ, ਕਿਉਂਕਿ ਇਹ ਪਹੇਲੀ ਉਹਦੀ ਹੈ, ਰਸਤਾ ਸਾਨੂੰ ਪਤਾ ਨਹੀਂ। ਪਰ ਜਦੋਂ ਉਹਨੂੰ ਪਤਾ ਲੱਗ ਜਾਂਦਾ ਸ਼ਕਤੀ ਨੂੰ ਕਿ ਇਹ ਬੰਦਾ ਤਿਆਰ ਹੈ ਔਰ ਹਰ ਦਿਨ ਆਪਣੇ ਅੰਦਰ ਧਿਆਨ ਸਿਮਰਨ ਕਰਨ ਲਈ ਪੈਂਦਾ ਹੈ, ਔਰ ਤੁਸੀਂ ਜਦੋਂ ਬਹੋਗੇ ਨਾ 5-6 ਦਿਨ ਦੇ ਅੰਦਰ ਹੀ ਤੁਹਾਡੀ ਸੁਰਤੀ ਨੇ ਗਤੀ ਕਰਨ ਡੈ ਪੈਣੀ ਹੈ, ਔਰ ਤੁਹਾਡੀ ਸੁਰਤੀ ਨੂੰ ਆਟੋਮੈਟਿਕਲੀ ਹੀ ਪ੍ਰਮਾਤਮਾ ਨੇ ਆਪਣੇ ਚਰਨਾਂ ਦੇ ਵਿੱਚ ਲੈ ਜਾਣਾ। ਔਰ ਇਹ ਜਿਹੜੀ ਖੇਲ ਹੈ ਨਾ, ਦੇਖੋ ਹੁਣ ਨੀਂਦ ਆ, ਨੀਂਦ ਨੂੰ ਲਿਆਉਣ 'ਚ ਸਾਡਾ ਕੋਈ ਹਿੱਸਾ ਨਹੀਂ ਹੁੰਦਾ, ਉਹ ਤੇ ਆਪਣੇ ਆਪ ਹੀ ਆਉਂਦੀ ਹੈ ਨੇਜਰ ਸਾਹਿਬ। ਹਾਂਜੀ ਬਿਲਕੁਲ। ਇਸੇ ਹੀ ਤਰ੍ਹਾਂ ਜਿਹੜੀ ਸਮਾਧੀ ਹੈ ਨਾ, ਸਮਾਧੀ ਵੀ ਸਾਨੂੰ ਆਪਣੇ ਆਪ ਹੀ ਪ੍ਰਾਪਤ ਹੋਣੀ ਆ। ਅਸੀਂ ਤੇ ਕੇਵਲ ਉੱਥੇ ਜਾ ਕੇ ਬਹਿਣਾ ਹੀ ਹੁੰਦਾ, ਬਹਿ ਕੇ ਜਾ ਕੇ ਉਸ ਚੀਜ਼ ਦਾ ਇੰਤਜ਼ਾਰ ਕਰਨਾ ਹੈ, ਉਹ ਆਟੋਮੈਟਿਕਲੀ ਸਾਡਾ ਪ੍ਰਵੇਸ਼ ਸਮਾਧੀ ਦੇ ਵਿੱਚ ਹੋ ਜਾਂਦਾ। ਹਾਂਜੀ ਨੇਜਰ ਸਾਹਿਬ ਅੱਗੇ ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ, ਨਾਨਕ ਨਦਰੀ ਪਾਈ ਹੈ, ਕੂੜੀ ਕੂੜਾ ਠੀਸ। ਕਹਿੰਦੇ ਜੋ ਕੁਛ ਵੀ ਪ੍ਰਾਪਤੀ ਹੋਣੀ ਆ, ਇਹ ਪੌਡੇ ਜਿਹੜੇ ਚੜੇ ਜਾਣੇ ਆ, ਮਾਲਕ ਪਰਮਾਤਮਾ ਦੀ ਕਿਰਪਾ ਦੇ ਨਾਲ, ਉਹਦੀ ਮਿਹਰ ਦੇ ਨਾਲ ਜਿਹੜਾ ਹੈਗਾ ਇਹ ਬੂੰਦ ਸਾਗਰ ਦੇ ਵਿੱਚ ਜਾਣੀ ਆ, ਇਹ ਯਾਤਰਾ ਹੋਣੀ ਆ। ਨਹੀਂ ਤਾਂ ਜੇ ਤੂੰ ਕਹੇ ਕਿ ਮੈਂ ਜਿਹੜਾ ਹੈਗਾ ਭਗਤੀ ਕਰਕੇ ਮਾਲਕ ਪਰਮਾਤਮਾ ਨੂੰ ਪਾ ਲੂੰਗਾ, ਕਹਿੰਦੇ ਇਹ ਤਾਂ ਭਗਤੀ ਵੱਡੀ ਹੋ ਗਈ ਪਾਈ, ਤੇ ਇਹ ਨਹੀਂ ਹੋ ਸਕਦਾ। ਕਹਿੰਦੇ ਫਿਰ ਤਾਂ ਕੂੜੇ ਦੀ ਕੂੜੀ ਠੀਸ ਆ, ਫੋਕੀ ਜਿਹੜੀ ਹੈਗੀ ਫੜ ਹੈਗੀ ਆ, ਤੇ ਉਹਦੀ ਮਿਹਰ ਤੋਂ ਬਗੈਰ ਕੋਈ ਚੀਜ਼ ਨਹੀਂ ਹੋ ਸਕਦੀ। ਹਾਂਜੀ ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ, ਇੱਥੇ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਹੈ, ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ, ਨਾਨਕ ਨਦਰੀ ਪਾਈਏ, ਕੂੜੇ ਕੂੜੀ ਕੂੜੇ 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 ਠੀਸ। ਹਾਂਜੀ। ਤੇ ਜੇ ਕਿਸੇ ਨੇ ਪਾਉਣਾ ਹੈ ਤੇ ਨਜ਼ਰੀ ਨਾਲ ਹੀ ਪਾਇਆ ਜਾਣਾ। ਉਹਦੀ ਮਿਹਰ ਦੀ, ਜਦ ਤੱਕ ਉਹਦੀ ਮਿਹਰ ਭਰੀ ਨਜ਼ਰ ਹੀ ਨਹੀਂ ਸਾਡੇ ਤੇ ਪਊਗੀ ਤੇ ਸਾਨੂੰ ਉਹ ਚੀਜ਼ ਕਿੱਦਾਂ ਪ੍ਰਾਪਤ ਹੋਊ। ਦਾਤ ਤਾਂ ਉਹਦੇ ਕੋਲ ਆ ਨਾ। ਆਪ ਜਸਟ ਸੋਚੋ, ਜਿਹੜੀ ਸ਼ਕਤੀ ਦਾ ਰੂਪ ਨਹੀਂ ਆ, ਰੰਗ ਨਹੀਂ ਆ, ਰੇਖ ਨਹੀਂ ਆ, ਕਿੱਥੋਂ ਪਹੁੰਚ ਜੂਗੇ ਆਪਾਂ। ਕੋਈ ਸਾਇੰਟਿਸਟ ਨਹੀਂ ਹੋਰ ਕੋਈ ਜਾ ਸਕਦਾ, ਕਿਉਂਕਿ ਸਾਇੰਟਿਸਟ ਹੀ ਜਿਹੜੇ ਸਾਇੰਟਿਸਟ ਹੈਗੇ ਨਾ, ਇਹਨਾਂ ਦੀ ਪਹੁੰਚ ਹੈਗੀ ਆ ਤੱਤ ਤੱਕ। ਇਹ ਤੱਤ ਜਿਹੜੇ 5 ਤੱਤ ਹੈਗੇ ਨੇ, ਇਹ 5 ਤੱਤ ਵੀ ਪ੍ਰਮਾਤਮਾ ਨਹੀਂ ਹੈਗਾ, ਇਹਨਾਂ ਦੇ ਪਿੱਛੇ ਆ, ਕਿਉਂਕਿ ਜਿਹੜੇ 5 ਤੱਤ ਪ੍ਰਕਿਰਤੀ ਦੇ ਔਰ ਪ੍ਰਕਿਰਤੀ ਜੜ ਆ। ਔਰ ਜਦੋਂ ਜੜ ਨੂੰ ਅਗਰ ਪਾਲਣਾ ਹੈ ਤੇ ਇਹ ਜਿਹੜੀਆਂ ਆਪਣੀਆਂ ਸਧਾਰਨ ਇੰਦਰੀਆਂ ਨਾ, ਇਹਦੇ ਨਾਲ ਹੀ ਇਹਦੇ ਬਾਰੇ ਆਪਾਂ ਕੋਈ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਔਰ ਪ੍ਰਮਾਤਮਾ ਜਿਹੜਾ ਹੈ ਉਹ ਇੰਦਰੀਆਂ ਦਾ ਵਿਸ਼ਾ ਨਹੀਂ ਹੈ। ਪ੍ਰਮਾਤਮਾ ਨਾ ਮਨ ਬੁੱਧ ਚਿੱਤ ਦਾ ਵੀ ਵਿਸ਼ਾ ਨਹੀਂ ਹੈਗਾ, ਨਾ ਇਹ ਗਿਆਨ ਇੰਦਰੀਆਂ ਦਾ ਵਿਸ਼ਾ ਹੈ, ਨਾ ਕਰਮ ਇੰਦਰੀਆਂ ਦਾ ਵਿਸ਼ਾ ਹੈ। ਕਿਉਂਕਿ ਜਦੋਂ ਸੁਰਤੀ ਜਿਹੜੀ ਤੁਹਾਡੀ ਇਕੱਠੀ ਹੁੰਦੀ ਹੈ, ਤੁਸੀਂ ਸਮਾਧੀ 'ਚ ਜਦੋਂ ਪ੍ਰਵੇਸ਼ ਕਰਦੇ ਜੋ, ਉਦੋਂ ਤੁਸੀਂ ਆਤਮਾ ਤੱਤ 'ਚ ਜਾਂਦੇ ਜੋ। ਉੱਥੇ ਇਹ ਸੰਸਾਰ ਨਹੀਂ ਹੈਗਾ, ਉੱਥੇ ਉਹ ਸੂਖਮ ਆ, ਬਹੁਤ ਸੂਖਮ ਸੱਤਾ ਹੈਗੀ। ਔਰ ਉੱਥੇ ਤੁਸੀਂ ਚੇਤਨ ਤੱਤ ਨੂੰ ਅਨੁਭਵ ਕਰਦੇ ਜੋ ਆਪਣੇ ਅੰਦਰ, ਆਪਣੇ ਸਾਖਸ਼ੀ ਦੇ ਵਿੱਚ ਜਦੋਂ ਤੁਸੀਂ ਪ੍ਰਵੇਸ਼ ਕਰ ਜਾਂਦੇ ਜੋ, ਉਹ ਤੁਹਾਡਾ ਕਨੈਕਸ਼ਨ ਜਿਹੜਾ ਹੈ ਇਹ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਨਾਲ ਟੁੱਟ ਜਾਂਦਾ ਹੈ। ਉਸ ਟਾਈਮ ਤੇ ਮਨ ਨਹੀਂ ਹੈਗਾ, ਨਾ ਬੁੱਧੀ ਹੈਗੀ ਹੈ, ਉੱਥੇ ਕੇਵਲ ਚੇਤਨਾ ਬਚ ਜਾਂਦੀ ਹੈ। ਚੇਤਨਾ ਜਿਹੜੀ ਹੈ ਆਪਣੇ ਮੂਲ ਸਰੋਤ 'ਚ ਆ ਗਈ। ਹਾਂਜੀ ਨੇਜਰ ਸਾਹਿਬ। ਹਾਂਜੀ ਵੀਰ ਜੀ, ਬਸ ਅੱਜ ਇੰਨਾ ਹੀ ਵੀਰ ਜੀ। ਅੱਗੇ ਇੱਕ ਲੈਣਾ ਤੇ ਦੇਖ ਲਓ, ਇੱਕ ਹੈ ਤਾਂ ਠੀਕ ਹੈ। ਆ ਬਸ ਆ ਸੰਗਤ ਜੀ, ਬਸ ਦੇਖ ਲਓ। ਜੇ 10 ਮਿੰਟ ਹੋਰ ਲੱਗ ਜਾਣਗੇ ਜੇ ਲੈਣਾ ਤੇ। ਕਿੰਨਾ ਕੁ ਹੈਗਾ ਟਾਈਮ ਤਾਂ 5 ਮਿੰਟ ਹੈਗੇ ਆਪਣੇ 11:30 ਵਜੇ, ਮਤਲਬ ਤਾਂ ਲੈ ਲਓ ਕੋਈ ਗੱਲ ਨਹੀਂ, ਆਪਾਂ ਛੇਤੀ ਕਰ ਦਾਂਗੇ। ਹਾਂਜੀ। ਅਗਲਾ ਹੈਗਾ ਆਖਣੇ ਜ਼ੋਰ ਚੁੱਪੇ ਨਾ ਜ਼ੋਰ। ਇਹ ਬਹੁਤ ਜਿਹੜਾ ਹੈ ਨਾ, ਕਾਫੀ ਜ਼ਿਆਦਾ ਜਿਹੜਾ ਹੈਗਾ। ਠੀਕ ਰਹਿਣ ਇਹਦੇ ਵਿੱਚ ਰਹਿਣ ਦੋ ਨੇਜਰ ਸਾਹਿਬ, ਕੋਈ ਨਹੀਂ। ਆਪਾਂ ਹਾਂ ਇੱਥੇ ਵਿਚਾਰ ਸਮਾਪਤ ਕਰ ਦਿੰਦੇ ਹਾਂ, ਕਿਉਂਕਿ ਪਤਾ ਕੀ ਸਾਧ ਸੰਗਤ ਜੀ ਉਹ ਬਾਣੀ ਨਾ ਫਿਰ ਆਪਾਂ ਥੋੜੀ ਚਲਾਉਣੀ ਹੈ। ਔਰ ਜਿੱਦਾਂ ਦੇ ਅਨੁਸ਼ਾਸਨ 'ਚ ਚੱਲਾਂਗੇ ਤੇ ਸਹੀ ਹੈ। ਬਿਲਕੁਲ, ਉਹ
ਬਾਣੀ ਤੇ ਪੂਰੀ ਬਾਣੀ ਤੇ ਕਹਿੰਦੀ ਆ ਕਿ ਹਾਂਜੀ ਹਾਂ ਹਾਂਜੀ ਹਾਂਜੀ ਮੈਂ ਕਿਹਾ ਬਈ ਪੂਰੀ ਤਰ੍ਹਾਂ ਜਿਹੜੀ ਹੈਗੀ ਉਹਦੀ ਮਹਾਰਾਜ ਦੀ ਇਹ ਅੱਖਰਾਂ ਦੀ ਆਪਾਂ ਨੂੰ ਥੋੜੀ ਜਿਹੀ ਗਿਆਨ ਆ ਜਾਏ ਤੇ ਉਹਦੇ ਅਨੁਸਾਰ ਜਿਹੜਾ ਹੈਗਾ ਫਿਰ ਆਪਾਂ ਆਪਣੇ ਆਪ ਨੂੰ ਢਾਲ ਸਕਾਂਗੇ, ਇਹੀ ਕਹਿ ਰਹੇ ਬਈ। ਹਾਂ ਸਪੀਡ ਦੇ ਨਾਲ ਗੱਲ ਨਹੀਂ ਬਣਨੀ, ਕਿਉਂਕਿ ਅਸੀਂ ਚੀਜ਼ ਨੂੰ ਆਬਜ਼ਰਵ ਕਰਨਾ। ਹੁਣ ਦੇਖੋ ਸੰਗਤ ਜਿਹੜੀ ਹੁੰਦੀ ਆ ਪੱਥਰ ਵੀ ਕਰਦਾ ਪਾਣੀ ਦੀ, ਪਰ ਉਹ ਪਾਣੀ ਨੂੰ ਗ੍ਰਹਿਣ ਨਹੀਂ ਕਰਦਾ, ਰਹਿੰਦਾ ਪਾਣੀ ਦੇ ਵਿੱਚ ਆ। ਤੇ ਇਸੇ ਕਰਕੇ ਆਪਾਂ ਪੱਥਰ ਨੂੰ ਨਹੀਂ ਕੰਮ ਕਰਨਾ, ਆਪਾਂ ਉਹ ਚੀਜ਼ ਨੂੰ ਆਬਜ਼ਰਵ ਕਰਨਾ, ਔਰ ਉਹ ਜਿੰਨੀ ਥੋੜੀ ਕੁਆਂਟੀਟੀ ਚ ਲਵਾਂਗੇ ਓਨਾ ਹੀ ਸਾਨੂੰ ਫਾਇਦਾ ਹੈ। ਅੱਜ 2-3 ਗੱਲਾਂ ਬਾਣੀ ਦੇ ਵਿੱਚ ਆਪਾਂ ਨੂੰ ਸਿੱਖਣ ਨੂੰ ਮਿਲੀਆਂ ਨੇ। ਇੱਕ ਤੇ ਕਿਹਾ ਵਾ ਕਿ ਸਮਰਪਣ, ਇੱਕ ਉਹਦੀ ਰਹਿਮਤ ਚਾਹੀਦੀ ਹੈ। ਦੇਖੋ ਇੱਕ ਤੇ ਬਾਣੀ ਆਪਣੇ ਸਮਝਾ ਰਹੀ ਉਹਦੀ ਨਜ਼ਰ ਹੀ ਚਾਹੀਦੀ ਹੈ, ਉਹਦੀ ਨਜ਼ਰ। ਜੇ ਅਕਾਲ ਪੁਰਖ ਦੀ ਨਜ਼ਰ ਨਹੀਂ ਨਾ ਸਾਡੇ ਤੇ ਉੱਤੇ ਮਿਹਰ ਭਰੀ ਤੇ ਫਿਰ ਵੀ ਨਹੀਂ ਗੱਲ ਬਣਨੀ, ਕਿਉਂਕਿ ਜੇਕਰ ਇਹ ਚੀਜ਼ ਨੂੰ ਆਪਾਂ ਪ੍ਰਾਪਤ ਕਰਨਾ ਚਾਹੁੰਦੇ ਆ ਤੇ ਕੁਆਲੀਫਿਕੇਸ਼ਨ ਜਿਹੜੀ ਹੈ ਨਾ ਉਹ ਨਹੀਂ ਹੈਗੀ ਸਾਡੇ ਚ, ਤੇ ਨਾ ਆਉਣੀ ਹੈ। ਮੈਂ ਵੀ ਕਹਾਂ ਕਿ ਅਸੀਂ ਬੜੇ ਬਣ ਜਾਾਂਗੇ, ਉਹ ਗੱਲਾਂ ਜਿਹੜੀਆਂ ਏਡੀਆਂ ਵੱਡੀਆਂ ਗੱਲਾਂ ਨਹੀਂ, ਉਹ ਛੋਟੀਆਂ ਗੱਲਾਂ ਨੇ। ਇਹ ਚੀਜ਼ ਚ ਵੀ ਲੋਕੀ ਬੜੇ ਉਲਝੇ ਹੋਏ ਨੇ, ਨਾ ਇਹ ਗਿਆਨ ਦਾ ਵਿਸ਼ਾ ਹੈਗਾ। ਇਹ ਇੱਕ ਪਰਮਾਤਮਾ ਨੂੰ ਚੀਜ਼ ਸਾਡੇ ਨਾਲ ਬਣ ਸਕਦੀ ਆ, ਉਹ ਹੈ ਪਿਆਰ। ਔਰ ਪਿਆਰ ਮਤਲਬ ਕਹਿਣ ਤੋਂ ਭਾਵ ਆ ਪਰਮਾਤਮਾ ਨੂੰ ਪਿਆਰ ਕਰਨ ਦਾ ਭਾਵ ਇਹ ਨਹੀਂ ਆ ਕਿ ਆਪਾਂ ਜਿੱਦਾਂ ਆਪਾਂ ਆਪਣੇ ਸੰਸਾਰਿਕ ਪਿਆਰ ਕਰਦੇ ਆ ਉਹ ਪਿਆਰ ਨਹੀਂ। ਉਹਨੂੰ ਇੱਕ ਤਰੀਕੇ ਨਾਲ ਬੰਨਿਆ ਜਾ ਸਕਦਾ, ਉਹ ਹੈ ਬੰਦਗੀ। ਬੰਦਗੀ ਤੇ ਉਹਦਾ ਪਿਆਰ ਹੈ ਨਜ਼ਰ ਸਾਹਿਬ। ਕਿਉਂਕਿ ਬੰਦਗੀ ਜਦੋਂ ਭਗਤੀ ਜਿਹੜੀ ਹੁੰਦੀ, ਭਗਤੀ ਦਾ ਮਤਲਬ ਹੀ ਪਿਆਰ ਹੀ ਹੈ। ਪਰਮਾਤਮਾ ਦੀ ਭਗਤੀ ਕਰਨੀ ਮਤਲਬ ਕਹਿਣ ਤੋਂ ਭਾਵੇਂ ਕਿ ਇਹੋ ਹੀ ਪਿਆਰ ਹੈ, ਇਹਨੂੰ ਹੀ ਪਿਆਰ ਕਿਹਾ ਗਿਆ। ਔਰ ਜਦੋਂ ਆਪਾਂ ਹਰ ਦਿਨ ਲਗਾਤਾਰ ਉਹਦੀ ਭਗਤੀ ਕਰਦੇ ਹਾਂ ਤੇ ਇੱਕ ਸਮਾਂ ਆਉਂਦਾ ਹੈ ਉਹ ਸਾਡੇ ਇਸ ਪਿਆਰ ਨੂੰ ਵੇਖ ਕੇ ਸਾਡੇ ਤੋਂ ਪ੍ਰਭਾਵਿਤ ਹੁੰਦਾ ਹੈ, ਔਰ ਸਾਨੂੰ ਕੀ ਕਰਦਾ ਹੈ ਕਿ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇ ਜਾਂਦਾ ਹੈ, ਔਰ ਸਾਡੀ ਸੁਰਤੀ ਉਸ ਤੋਂ ਬਾਅਦ ਰੁਕ ਜਾਂਦੀ ਹੈ। ਜਦੋਂ ਵੀ ਤੁਹਾਨੂੰ ਇਹ ਚੀਜ਼ ਪ੍ਰਾਪਤ ਹੋਈ, ਤੁਹਾਡੀ ਸੁਰਤੀ ਇੱਕਦਮ ਵੇਖੋਗੇ ਠਹਿਰਾਓ ਆ ਜਾਣਾ ਦੇ ਵਿੱਚ। ਤੁਸੀਂ ਦੇਖੋਗੇ ਤੁਹਾਡੇ ਅੰਦਰ ਜਿਹੜੀ ਮਸ਼ੀਨ ਚੱਲਦੀ ਪਈ ਹੈ ਉਹ ਬੰਦ ਹੋ ਗਈ, ਜਾਂ ਬੰਦ ਹੋ ਗਈ, ਜਾਂ ਬੰਦ ਹੋਣ ਲੱਗ ਪਈ ਹੈ, ਸਲੋ ਹੋ ਗਿਆ ਉਹਦਾ ਕੰਮ। ਉਹਨੀ ਗਤੀ ਨਹੀਂ ਰਹਿ ਗਈ ਜਿਹੜੀ ਪਹਿਲਾਂ ਸੀ। ਪਹਿਲਾਂ ਕਾਫੀ ਜ਼ਿਆਦਾ ਸਪੀਡ ਨਾਲ ਭੱਜ ਰਹੀ ਸੀ ਨਾ, ਮੇਰਾ ਮਨ ਬੜਾ ਉੱਡਿਆ ਫਿਰਦਾ ਸੀ। ਹੁਣ ਮਨ ਜਾਂਦਾ ਤੇ ਹੈਗਾ, ਪਰ ਉੱਡ ਕੇ ਤੇ ਫਿਰ ਵਾਪਸ ਆ ਜਾਂਦਾ ਹੈ, ਆਪਣੇ ਮੂਲ ਚ ਆ ਜਾਂਦਾ ਹੈ, ਪਹਿਲੇ ਵਾਂਗੂ ਚੰਚਲ ਨਹੀਂ ਰਹਿ ਗਿਆ। ਸੋ ਇਹ ਜਿਹੜੀਆਂ ਚੀਜ਼ਾਂ ਇਹ ਆਪਾਂ ਨੂੰ ਬੰਦਗੀ ਚ ਹੀ ਪ੍ਰਾਪਤ ਹੁੰਦੀਆਂ ਨੇ। ਪਰ ਸੰਗਤ ਜਦੋਂ ਆਪਾਂ ਕਰਦੇ ਹਾਂ ਉਹ ਫਿਰ ਪ੍ਰਮਾਤਮਾ ਦੇ ਬਾਰੇ ਆਪਾਂ ਵਿਚਾਰ ਕਰਦੇ ਹਾਂ, ਔਰ ਕਈ ਇਹਦੇ ਨਾਲ ਕੀ ਹੁੰਦੇ ਕਿ ਸਾਡੇ ਅੰਦਰ ਜਿਹੜੇ ਕਈ ਸਵਾਲ ਪੈਦਾ ਹੋ ਜਾਂਦੇ ਨੇ, ਉਹਨਾਂ ਦੇ ਜਵਾਬ ਸਾਨੂੰ ਨਾਲ ਹੀ ਮਿਲਦੇ ਜਾਂਦੇ ਆ। ਸੋ ਕੋਸ਼ਿਸ਼ ਕਰੋ, ਕੁਝ ਗੱਲਾਂ ਕਹੀਆਂ ਨੇ, ਇੱਕ ਤੇ ਆਪਣੇ ਸਰੀਰ ਦਾ ਪਲੀਜ਼ ਧਿਆਨ ਰੱਖਿਆ ਕਰੋ। ਕੋਸ਼ਿਸ਼ ਕਰੋ ਧੁੱਪੇ ਜ਼ਰੂਰ ਜਾਓ, ਵਾਕ ਜ਼ਰੂਰ ਕਰਿਆ ਕਰੋ ਆਪਣੇ ਸਰੀਰ ਨੂੰ, ਕਿਉਂਕਿ ਜੇ ਸਾਧਨਾ ਦੇ ਵਿੱਚ ਤੇ ਆਪਾਂ ਗਤੀ ਕਰ ਰਹੇ ਹਾਂ ਨਾ, ਪਰ ਉਹਦੇ ਬਾਵਜੂਦ ਵੀ ਆਪਾਂ ਨੂੰ ਆਪਣੇ ਸਰੀਰ ਦਾ ਵੀ ਧਿਆਨ ਰੱਖਣਾ ਪੈਣਾ ਹੈ। ਔਰ ਸਰੀਰ ਵੀ ਬੜਾ ਜ਼ਰੂਰੀ ਹੈ, ਕਿ ਜਦੋਂ ਇਹ ਸਰੀਰ ਖਰਾਬ ਹੋ ਜਾਂਦਾ ਫਿਰ ਸਾਧਨਾ 'ਚ ਗਤੀ ਕਰਨੀ ਕਾਫੀ ਮੁਸ਼ਕਿਲ ਹੋ ਜਾਂਦੀ ਹੈ। ਤੇ ਇਹਦੀ ਟੇਕ ਕੇਅਰ ਕਰਨੀ ਆ। ਫਾਲਤੂ ਦੀ ਚੀਜ਼ਾਂ ਨਹੀਂ ਖਾਣੀਆਂ, ਜ਼ਿਆਦਾ ਲੂਣ ਨਹੀਂ ਖਾਣਾ, ਜ਼ਿਆਦਾ ਮਿੱਠਾ ਵੀ ਨਹੀਂ ਖਾਣਾ, ਤੇ ਜ਼ਿਆਦਾ ਤਲੀਆਂ ਚੀਜ਼ਾਂ ਵੀ ਨਹੀਂ ਖਾਣੀਆਂ, ਤੇ ਖਾਣਾ ਵੀ ਘੱਟ ਹੈ, ਲੋੜ ਤੋਂ ਜ਼ਿਆਦਾ ਨਹੀਂ ਖਾਣਾ। ਜੇ ਆਪਾਂ ਕੋਈ ਬਹੁਤਾ ਵੱਡਾ ਕੰਮ ਨਹੀਂ ਕਰਨ ਦੇ ਤੇ ਰਾਸ਼ਨ ਵੀ ਉਨਾ ਕੀ ਖਾਓ ਜਿੰਨੀ ਕੁ ਆਪਾਂ ਨੂੰ ਲੋੜ ਹੈ, ਠੀਕ ਹੈ। ਤੇ ਸੁਥਰਾ ਖਾਣਾ ਖਾਓ, ਥੋੜਾ ਖਾਓ ਤੇ ਵਧੀਆ ਖਾਣਾ ਖਾਓ। ਤੇ ਔਰ ਇਹ ਜ਼ਰੂਰੀ ਗੱਲਾਂ ਨੇ, ਧਿਆਨ ਦਿਓ। ਬੰਦਗੀ ਕਰਨੀ ਆ, ਨਾਲ ਆਪਣੇ ਸਰੀਰ ਦਾ ਵੀ ਧਿਆਨ ਰੱਖਣਾ ਹੈ। ਔਰ ਧੁੱਪੇ ਬਹੁਤ ਜਾਣਾ ਜ਼ਰੂਰੀ ਹੈ। ਜਿਹੜਾ ਬੰਦਾ ਧੁੱਪੇ ਨਹੀਂ ਜਾਂਦਾ ਉਹ ਬੰਦੇ ਨੂੰ ਸਲੀਪਿੰਗ ਡਿਸਆਰਡਰ ਨਾਮ ਦੀ ਬਿਮਾਰੀ ਚਿੰਬੜ ਜਾਂਦੀ ਹੈ। ਉਹ ਬੰਦਾ ਨਾ ਤੇ ਚੰਗੀ ਤਰ੍ਹਾਂ ਸੋ ਸਕਦਾ ਹੈ, ਨਾ ਹੀ ਉਹ ਬੰਦਾ ਚੰਗੀ ਤਰ੍ਹਾਂ ਸੌਂ ਸਕਦਾ ਹੈ। ਔਰ ਜਿਹੜੇ ਬੰਦੇ ਦੀ ਨੀਂਦ ਖਰਾਬ ਹੋ ਗਈ ਉਹਦੇ ਦੂਜੇ ਕੰਮ ਸਾਰੇ ਖਰਾਬ ਹੋ ਜਾਣੇ। ਸੋ ਨੀਂਦ ਬੜੀ ਜ਼ਰੂਰੀ ਹੈ। ਤੇ ਅੱਜ ਦੀ ਵਿਚਾਰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਹਾਂਜੀ ਗੋਰਖੀ ਸਾਹਿਬ, ਇੱਕ ਨਾ ਤੁਸੀਂ ਜਿਹੜੀ ਕਿਹਾ ਨਾ ਵੀ ਪਰਮਾਤਮਾ ਦੀ ਓੰਕਾਰ, ਹਾਂਜੀ ਜੀ ਸਾਹਿਬ, ਮੈਂ ਕਿਹਾ ਤੁਸੀਂ ਜਿਹੜਾ ਕਿਹਾ ਸੀਗਾ ਵੀ ਭਗਤੀ ਜਿਹੜੀ ਹੈਗੀ ਪਰਮਾਤਮਾ ਦਾ ਪਿਆਰ ਜਿਹੜਾ ਹੈਗਾ ਉਹਦੀ ਬੰਦਗੀ ਹੈ, ਉਹਦਾ ਪਿਆਰ, ਭਗਤੀ ਉਹਦਾ ਪਿਆਰ ਆ। ਤੇ ਤੀਸਰੀ ਪਾਤਸ਼ਾਹੀ ਜਿਹੜੀ ਹੈਗੀ ਸ੍ਰੀ ਰਾਗ ਦੇ ਵਿੱਚ ਜਿਹੜਾ ਹੈਗਾ ਮਹਾਰਾਜ ਨੇ ਇਹ ਕਿਹਾ ਕਿ ਹਰ ਭਗਤ ਹਰ ਕਾ ਪਿਆਰ ਹੈ, ਜੇ ਗੁਰਮੁਖੇ ਕਰੇ ਵਿਚਾਰ। ਜੇ ਕਹਿੰਦੇ ਗੁਰੂ ਦੇ ਰਾਹੀਂ ਵਿਚਾਰ ਕਰ ਲੇਗਾ ਤੇ ਪਰਮਾਤਮਾ ਦੀ ਭਗਤੀ ਜਿਹੜੀ ਹੈਗੀ ਆ ਇਹ ਭਗਤੀ ਉਹਦਾ ਪਿਆਰ ਹੈਗਾ। ਪਾਖੰਡ ਭਗਤ ਨਾ ਹੋਵੇ, ਦੁਬਦਾ ਬੋਲ ਖੁਆਰ। ਕਹਿੰਦੇ ਪਖੰਡ ਦੇ ਨਾਲ ਭਗਤੀ ਨਹੀਂ ਹੋਣੀ, ਦੁਬਦਾ ਦੇ ਨਾਲ ਜਿਹੜਾ ਹੈਗਾ ਤੇਰੇ ਬੋਲ ਖੁਆਰੀ ਕਰਨ ਵਾਲੇ ਆ। ਸੋਜਨ ਰਲਾਇਆ ਨਾ ਰਲੇ, ਜਿਸ ਅੰਤਰ ਵਿਵੇਕ ਵਿਚਾਰ।
ਕਹਿੰਦੇ ਉਹ ਰਲਾਇਆ ਨਹੀਂ ਰਲਦਾ ਇਨਸਾਨ ਜਿਹਦੇ ਅੰਦਰ ਵਿਵੇਕ ਵਿਚਾਰ ਹੈਗੀ ਆ, ਜਿਹਨੂੰ ਇਹ ਕੋਈ ਵੀ ਚੀਜ਼ ਨੂੰ ਜਿਹੜਾ ਆਪਣੀ ਵਿਵੇਕ ਬੁੱਧੀ ਨਾਲ ਵਿਚਾਰ ਕਰਕੇ ਜਿਹੜਾ ਹੈਗਾ ਉਹ ਵਿਸ਼ਲੇਸ਼ਣ ਕਰਦਾ ਹੈ, ਤੇ ਉਹ ਰਲਾਇਆ ਨਹੀਂ ਰਲਦਾ। ਤੇ ਪਰਮਾਤਮਾ ਦਾ ਪਿਆਰ, ਪਰਮਾਤਮਾ ਦੀ ਭਗਤੀ ਹੈਗੀ। ਹਾਂਜੀ ਵੀਰ ਜੀ। ਹੈਲੋ, ਫਿਰ ਕਨੈਕਸ਼ਨ ਕੱਟ ਗਿਆ ਜੀ ਉਹਨਾਂ ਦਾ। ਸੱਚੀ ਭਗਤੀ ਤਾਂ ਥੀਆ ਜਾਂ ਹਰ ਵਸੇ ਮਨ ਆਏ। ਹਾਂਜੀ ਨਿੱਜਰ ਸਾਹਿਬ। ਹਾਂਜੀ ਹਾਂਜੀ ਹੋ ਗਈ ਵਿਚਾਰ। ਹਾਂਜੀ ਹਾਂਜੀ, ਉਹ ਤੀਸਰੀ ਪਾਤਸ਼ਾਹੀ ਦਾ ਸ੍ਰੀ ਰਾਗ ਦੇ ਵਿੱਚ ਮਹਾਰਾਜ ਨੇ ਦੱਸਿਆ ਸੀਗਾ ਬਈ 28 29 ਅੰਗ ਦੇ ਉੱਤੇ ਦੱਸਿਆ ਹੈ ਕਿ ਬਈ ਪਰਮਾਤਮਾ ਦੀ ਭਗਤੀ ਜਿਹੜੀ ਹੈਗੀ ਆ ਉਹੀ ਉਹਦਾ ਪਿਆਰ ਹੈਗਾ ਭਾਈ। ਇਹ ਦੱਸੀ ਸੀ। ਹਾਂਜੀ ਹਾਂ, ਤੇ ਹਾਂ ਬਿਲਕੁਲ ਪ੍ਰੇਮਾ ਭਗਤੀ, ਜਿਹੜੀ ਭਗਤੀ ਮਤਲਬ ਹੁੰਦਾ ਪਰਮਾਤਮਾ ਨੂੰ ਅਰਪਣ ਕਰਨਾ, ਉਹਨੂੰ ਪਿਆਰ ਕਰਨਾ, ਉਹਦੀ ਬੰਦਗੀ ਕਰਨਾ ਹੀ ਉਹਨੂੰ ਪਿਆਰ ਕਰਨਾ ਹੈ। ਬਸ ਜਿੱਦਾਂ ਉਸਤਤ ਕਰਨਾ ਵੀ ਭਗਤੀ ਹੀ ਕਰਨਾ ਹੈ, ਇਹ ਵੀ ਉਹਨੂੰ ਪਿਆਰ ਹੀ ਕਰਨਾ ਹੈ। ਸਾਰੇ ਅੱਖਰ ਜਿਹੜੇ ਹੈਗੇ ਆ ਉਹ ਧਿਆਨ ਕਰਕੇ, ਇਕਾਗਰ ਕਰਕੇ, ਇੱਕ ਚੇਤਨ ਨਾਲ ਉਹਨੂੰ ਯਾਦ ਕਰਨਾ, ਇਹੀ ਉਹਦੀ ਭਗਤੀ ਆ, ਇਹੀ ਉਹਨੂੰ ਪਿਆਰ ਕਰਨਾ। ਤੇ ਉਹ ਅੱਜ ਦੀ ਵਿਚਾਰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਠੀਕ ਹੈ ਜੀ। ਹਾਂਜੀ ਵੀਰ।